Hello students, I am Gurshan Singh Brad and today we will do first chapter of Vistas book, The Third Level, written by Jack Finney. I will do line by line Punjabi explanation and I suggest you to listen every line very carefully to understand better. ਇਹ ਲੈਸਨ ਇੱਕ ਅਜਿਹੇ ਆਦਮੀ ਦੀ ਸਟੋਰੀ ਹੈ ਜੋ ਆਪਣੀ ਪ੍ਰੈਜ਼ੈਂਟ ਲਾਈਫ ਦੀਆਂ ਟੈਨਸ਼ਨਸ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੁੰਦਾ ਹੈ ਤੇ ਉਸ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਉਹ ਰੇਲਵੇ ਸਟੇਸ਼ਨ ਤੇ ਗਿਆ, ਉੱਥੋਂ ਕਿਸੇ ਥਰਡ ਲੈਵਲ ਤੇ ਗਿਆ। ਇਸ ਤਰ੍ਹਾਂ ਉਹ 1894 ਦੇ ਸਮੇਂ ਵਿੱਚ ਪਹੁੰਚ ਗਿਆ ਜਿੱਥੇ ਸਭ ਕੁਝ ਅਲੱਗ ਸੀ, ਲੋਕ ਟੈਨਸ਼ਨ ਫ੍ਰੀ ਸਨ। ਚਲੋ ਬਾਕੀ ਡਿਟੇਲਸ ਆਪਾਂ ਲੈਸਨ ਹੀ ਪੜ੍ਹਦੇ ਹਾਂ, ਲੈਸਨ ਵਿੱਚੋਂ ਹੀ ਪੂਰੀ ਡਿਟੇਲ ਕਰਦੇ ਹਾਂ। The presidents of New York Central and the New York, New Haven and Hartford railroads will swear on a stack of timetables that there are only two. ਜੋ ਚਾਰਲੇ ਹੈ ਇਸ ਪਲੇ ਦਾ ਜੋ ਨਾਇਕ ਹੈ ਜਿਸ ਦੇ ਦੁਆਲੇ ਇਹ ਸਾਰੀ ਸਟੋਰੀ ਘੁੰਮਦੀ ਹੈ, ਉਹ ਕੀ ਕਹਿ ਰਿਹਾ ਹੈ ਕਿ ਜੋ ਪ੍ਰੈਜ਼ੀਡੈਂਟ ਸਨ ਆਫ ਨਿਊਯਾਰਕ ਸੈਂਟਰਲ ਦੇ ਐਂਡ ਦਾ ਨਿਊਯਾਰਕ ਨਿਊ ਹੈਵਨ ਐਂਡ ਹਾਰਟਫੋਰਡ ਰੇਲਰੋਡਸ ਦੇ, ਉਹ ਕੀ ਕਰਨਗੇ, ਕਸਮ ਖਾਣਗੇ ਔਨ ਆ ਸਟੈਕ ਆਫ ਟਾਈਮ ਟੇਬਲ। ਸਟੈਕ ਕੀ ਹੁੰਦਾ, ਇੱਕ ਢੇਰ, ਕਿਸ ਉੱਪਰ, ਟਾਈਮ ਟੇਬਲ ਦੇ ਇੱਕ ਢੇਰ ਦੀ ਉੱਪਰ ਕੀ ਹੈ, ਇੱਕ ਜਿਵੇਂ ਆਪਾਂ ਕਸਮ ਨਹੀਂ ਖਾਂਦੇ ਨਾ, ਕੋਈ ਬਾਈਬਲ ਉੱਤੇ ਕੁਰਾਨ ਉੱਪਰ ਹੱਥ ਰੱਖ ਕੇ ਜਿਸ ਤਰ੍ਹਾਂ ਕਸਮ ਖਾਂਦੇ ਆ, ਉਹ ਵੀ ਕੀ ਕਹਿੰਦਾ ਹੈ ਕਿ ਇਹ ਸਾਰੇ ਜੋ ਹਨ ਆਫੀਸਰਸ ਹਨ ਕੀ ਕਰਨਗੇ, ਕਸਮ ਖਾਣਗੇ ਕਿ ਦੇਅਰ ਆਰ ਓਨਲੀ ਟੂ, ਕਿ ਸਿਰਫ ਦੋ ਲੈਵਲ ਹੀ ਹਨ। ਰੇਲਵੇ ਸਟੇਸ਼ਨ ਦੇ ਗ੍ਰੈਂਡ ਸੈਂਟਰਲ ਸਟੇਸ਼ਨ ਸੀ ਇਹ, ਉਸਦੇ ਕੀ ਹਨ, ਦੋ ਲੈਵਲ ਹੀ ਹਨ। ਬਟ ਆਈ ਸੇ ਦੇਅਰ ਆਰ 3, ਪਰ ਮੈਂ ਕੀ ਕਹਿੰਦਾ ਹਾਂ, 3 ਹਨ। ਬਿਕੋਜ਼ ਆਈ ਹੈਵ ਬੀਨ ਔਨ ਦਾ ਥਰਡ ਲੈਵਲ ਆਫ ਦਾ ਗ੍ਰੈਂਡ ਸੈਂਟਰਲ ਸਟੇਸ਼ਨ, ਕਿਉਂਕਿ ਮੈਂ ਜਾ ਚੁੱਕਾ ਹਾਂ, ਥਰਡ ਲੈਵਲ ਉੱਪਰ ਜਾ ਚੁੱਕਾ ਹਾਂ ਗ੍ਰੈਂਡ ਸੈਂਟਰਲ ਸਟੇਸ਼ਨ ਦੇ। ਯੈਸ ਆਈ ਹੈਵ ਟੇਕਨ ਦਾ ਓਬਵੀਅਸ ਸਟੈਪ, ਮੈਂ ਗਿਆ ਹਾਂ, ਮੈਂ ਦਾਖਲ ਹੋਇਆ ਹਾਂ ਉੱਥੇ। ਆਈ ਟਾਕ ਟੂ ਅ ਸਾਈਕੈਟ੍ਰਿਸਟ ਫਰੈਂਡ ਆਫ ਮਾਈਨ, ਮੈਂ ਇਸ ਬਾਰੇ ਕੀ ਹੈ, ਚਾਰਲੀ ਦੱਸ ਰਿਹਾ ਕਿ ਮੈਂ ਇਸ ਬਾਰੇ ਕੀ ਹੈ, ਆਪਣੇ ਇੱਕ ਮਿੱਤਰ ਦੇ ਨਾਲ ਗੱਲ ਕੀਤੀ, ਇੱਕ ਸਾਈਕੈਟ੍ਰਿਸਟ ਫਰੈਂਡ ਦੇ ਨਾਲ ਗੱਲ ਕੀਤੀ ਇਸ ਬਾਰੇ। ਅਮੰਗ ਅਦਰਸ ਹੋਰਾਂ ਦੇ ਨਾਲ ਵੀ ਗੱਲ ਕੀਤੀ ਚਾਰਲੀ ਨੇ, ਤੇ ਆਪਣੇ ਇੱਕ ਸਾਈਕੈਟ੍ਰਿਸਟ ਫਰੈਂਡ ਨਾਲ ਵੀ ਗੱਲ ਕੀਤੀ ਕਿ ਮੈਂ ਥਰਡ ਲੈਵਲ ਉੱਪਰ ਗਿਆ ਹਾਂ। ਆਈ ਟੋਲਡ ਹਿਮ ਅਬਾਊਟ ਦਾ ਥਰਡ ਲੈਵਲ ਐਟ ਗ੍ਰੈਂਡ ਸੈਂਟਰਲ ਸਟੇਸ਼ਨ, ਮੈਂ ਉਸਨੂੰ ਗ੍ਰੈਂਡ ਸੈਂਟਰਲ ਸਟੇਸ਼ਨ ਦੇ ਥਰਡ ਲੈਵਲ ਬਾਰੇ ਦੱਸਿਆ। ਐਂਡ ਹੀ ਸੈਡ ਇਟ ਵਾਜ਼ ਅ ਵੇਕਿੰਗ ਡ੍ਰੀਮ ਵਿਸ਼ ਫੁਲਫਿਲਮੈਂਟ, ਤੇ ਉਸ ਸਾਈਕੈਟ੍ਰਿਸਟ ਫਰੈਂਡ ਨੇ ਕੀ ਕਿਹਾ ਚਾਰਲੀ ਨੂੰ ਕਿ ਇਹ ਕੀ ਹੈ, ਉਸਦੀ ਸਿਰਫ ਜਾਗਦੇ ਹੋਏ ਸੁਪਨਾ ਦੇਖਣ ਵਾਲੀ ਗੱਲ ਹੀ ਹੈ। ਹੀ ਸੈਡ ਆਈ ਵਾਜ਼ ਅਨਹੈਪੀ, ਤੇ ਉਸ ਸਾਈਕੈਟ੍ਰਿਸਟ ਫਰੈਂਡ ਨੇ ਕੀ ਕਿਹਾ ਕਿ ਮੈਂ ਨਾ ਖੁਸ਼ ਸੀ। ਚਾਰਲੀ ਬਾਰੇ ਦੱਸਦਾ ਵੀ ਤੂੰ ਕੀ ਹੈਗਾ, ਨਾ ਖੁਸ਼ ਹੈ, ਇਸ ਕਰਕੇ ਆਪਣੇ ਜੀਵਨ ਤੋਂ ਨਿਰਾਸ਼ ਹੈ, ਤਾਂ ਹੀ ਇਹੋ ਜਿਹੀਆਂ ਗੱਲਾਂ ਕਰ ਰਿਹਾ ਹੈ। ਦੈਟ ਮੇਡ ਮਾਈ ਵਾਈਫ ਕਾਈਂਡ ਆਫ ਮੈਡ, ਤੇ ਸਾਈਕੈਟ੍ਰਿਸਟ ਦੀ ਇਸ ਗੱਲ ਨੇ ਚਾਰਲੀ ਦੀ ਪਤਨੀ ਨੂੰ ਵੀ ਥੋੜਾ ਜਿਹਾ ਕੀ ਹੈ, ਇੱਕ ਤਰ੍ਹਾਂ ਨਾਲ ਗੁੱਸੇ ਵਿੱਚ ਆ ਗਈ। ਚਾਰਲੀ ਦੀ ਪਤਨੀ ਇਹ ਗੱਲ ਸੁਣ ਕੇ ਪਾਗਲ ਜਿਹੀ ਹੋ ਗਈ, ਉਹ ਵੀ ਕੋਲ ਖੜੀ ਹੋਣੀ ਹੈ, ਤੇ ਉਸਨੇ ਕੀ ਸੋਚਿਆ, ਸ਼ਾਇਦ ਇਹ ਜੋ ਸਾਈਕੈਟ੍ਰਿਸਟ ਹੈ ਇਹ ਗੱਲ ਕਹਿ ਰਿਹਾ ਹੈ ਕਿ ਚਾਰਲੀ ਸ਼ਾਇਦ ਆਪਣੀ ਪਤਨੀ ਕਰਕੇ ਹੀ ਨਾ ਖੁਸ਼ ਹੈ। ਉਸ ਨੂੰ ਵੀ ਥੋੜਾ ਜਿਹਾ ਗੁੱਸਾ ਆਇਆ ਇਹ ਗੱਲ ਸੁਣ ਕੇ। but he explained that he meant the modern world is full of insecurity, fear, war, worry and all the rest of it। ਪਰ ਉਸ ਸਾਈਕੈਟ੍ਰਿਸਟ ਨੇ ਕੀ ਗੱਲ ਕਲੀਅਰ ਕੀਤੀ ਕਿ ਉਸਦਾ ਮਤਲਬ ਇਹ ਸੀ ਕਿ ਜੋ ਅੱਜ ਦਾ ਸੰਸਾਰ ਹੈ ਉਹ ਪੂਰੀ ਤਰ੍ਹਾਂ ਇਨਸਿਕਿਉਰਿਟੀ ਨਾਲ, ਫੀਅਰ ਨਾਲ, ਵਾਰ, ਵਰੀ ਅਤੇ ਐਂਡ ਆਲ ਦਾ ਰੈਸਟ ਆਫ ਇਟ, ਤੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਜੋ ਟੈਨਸ਼ਨਸ ਵਗੈਰਾ ਹਨ ਉਹਨਾਂ ਦੇ ਨਾਲ ਭਰਿਆ ਹੋਇਆ ਹੈ। ਐਂਡ ਦੈਟ ਆਈ ਜਸਟ ਵਾਂਟ ਟੂ ਐਸਕੇਪ, ਅਤੇ ਕੀ ਕਿਹਾ ਉਸਨੇ ਕਿ ਚਾਰਲੀ ਜੋ ਹੈ ਉਸ ਤੋਂ ਬਚਣਾ ਚਾਹੁੰਦਾ ਹੈ। ਵੈਲ ਹੂ ਡਜ਼ ਨਾਟ, ਤਾਂ ਚਾਰਲੀ ਨੇ ਕੀ ਕਿਹਾ ਅੱਗੇ, ਹਾਂ ਠੀਕ ਹੈ, ਕੌਣ ਨਹੀਂ ਚਾਹੁੰਦਾ ਬਚਣਾ। ਐਵਰੀਬody ਆਈ ਨੋ ਵਾਂਟਸ ਟੂ ਐਸਕੇਪ, ਹਰ ਕੋਈ ਜਿਸ ਨੂੰ ਮੈਂ ਜਾਣਦਾ ਹਾਂ ਬਚਣਾ ਤਾਂ ਚਾਹੁੰਦਾ ਹੀ ਹੈ, ਇਹਨਾਂ ਟੈਨਸ਼ਨ ਤੋਂ ਬਚਣਾ ਤਾਂ ਚਾਹੁੰਦਾ ਹੀ ਹੈ। ਚਾਰਲੀ ਇਹ ਗੱਲ ਕਹਿੰਦਾ ਹੈ। ਬਟ ਦੇ ਡੋਂਟ ਵਾਂਡਰ ਡਾਊਨ into any third level at grand central station, ਪਰ ਉਹ ਕਿਸੇ ਵੀ ਥਰਡ ਲੈਵਲ ਉੱਪਰ ਨਹੀਂ ਚਲੇ ਜਾਂਦੇ, ਕਿਸੇ ਗ੍ਰੈਂਡ ਸੈਂਟਰਲ ਸਟੇਸ਼ਨ ਦੇ ਥਰਡ ਲੈਵਲ ਉੱਪਰ ਨਹੀਂ ਚਲੇ ਜਾਂਦੇ। ਮੈਂ ਗਿਆ ਹਾਂ, ਚਾਰਲੀ ਇਹ ਗੱਲ ਕਲੀਅਰ ਕਰ ਰਿਹਾ ਕਿ ਮੈਂ ਗ੍ਰੈਂਡ ਸੈਂਟਰਲ ਸਟੇਸ਼ਨ ਦੇ ਥਰਡ ਲੈਵਲ ਉੱਪਰ ਗਿਆ ਹਾਂ, ਇਹ ਗੱਲ ਚਾਰਲੀ ਕਲੀਅਰ ਕਰਦਾ ਉਸਨੂੰ। ਵਾਂਡਰ ਡਾਊਨ ਕੀ ਹੁੰਦਾ, ਏਮਲੈਸਲੀ ਘੁੰਮਣਾ।
बट दैट्स द रीजन, पर यही कारण है। ही सैड एंड माई फ्रेंड्स ऑल अग्रीड। हाँ, उसके जो होर फ्रेंड्स ਸੀ ਨਾ ਉਹ ਵੀ ਇਸ ਗੱਲ ਤੋਂ ਅਗਰੀ ਹੋ ਜਾਂਦੇ ਆ। बट दैट इज द रीजन, यही कारण है। ही सैड माई एंड माई फ्रेंड्स ऑल अग्रीड, ਉਹ ਕੀ ਹੈ, ਸਾਰੇ ਸਹਿਮਤ ਹੋ ਗਏ। एवरीथिंग पॉइंट्स टू इट, हर एक गल इस गल वाल पॉइंट करती सी। दे क्लेम्ड, उन्होंने दावा किया। माई स्टैंप कलैक्टिंग फॉर एग्जाम्पल, की कहा, जो मैं स्टैंप कलैक्टिंग करना है ना, स्टैंप कलैक्टिंग का इसनों शौक से चार्ली का, तो उन्होंने सारे फ्रेंड्स ने की कहा, ये जो तू स्टैंप कलैक्टिंग करता है ना, इसे गल करके की है, तू पुराने समय में चला जाना है। ਤਾਂ ਸਾਰਿਆਂ ਨੇ ਹੀ ਇਸ ਗੱਲ ਉੱਤੇ ਸਹਿਮਤੀ ਜ਼ਾਹਰ ਕੀਤੀ, ਚਾਰਲੀ ਦੇ ਫਰੈਂਡਸ ਨੇ, ਕਿ ਇਹ ਗੱਲ ਹੈ ਜਿਹਦੇ ਕਰਕੇ ਕੀ ਹੈ, ਤੂੰ ਪੁਰਾਣੇ ਸਮੇਂ ਵਿੱਚ ਚਲਾ ਜਾਣਾ ਹੈ। ਦੈਟ ਇਜ਼ ਅ ਟੈਂਪਰੇਰੀ ਰਿਫਿਊਜ਼ ਫਰੋਮ ਰਿਐਲਿਟੀ, ਇਹ ਕੀ ਹੈ, ਇੱਕ ਟੈਂਪਰੇਰੀ ਰਿਫਿਊਜ਼ ਹੈ ਰਿਐਲਿਟੀ ਤੋਂ। ਰਿਐਲਿਟੀ ਤੋਂ ਤੂੰ ਥੋੜਾ ਜਿਹਾ ਕੀ ਹੈ, ਪਾਸੇ ਚਲਾ ਜਾਣਾ ਹੈ ਇਸ ਗੱਲ ਨਾਲ। ਵੈਲ ਮੇ ਬੀ, ਬਟ ਮਾਈ ਗ੍ਰੈਂਡਫਾਦਰ ਡਿਡ ਨੋਟ ਨੀਡ ਐਨੀ ਰਿਫਿਊਜ਼ ਫਰੋਮ ਰਿਐਲਿਟੀ। ਪਰ ਮੈਂ ਕੀ ਉੱਤਰ ਦਿੱਤਾ, ਚਾਰਲੀ ਕਹਿ ਰਿਹਾ ਹੈ ਕਿ ਮੇਰੇ ਜੋ ਦਾਦਾ ਜੀ ਸਨ, ਡਿਡ ਨੋਟ ਵਾਂਟ ਐਨੀ ਰਿਫਿਊਜ਼ ਫਰੋਮ ਰਿਐਲਿਟੀ, ਉਹ ਤਾਂ ਕਿਸੇ ਰਿਐਲਿਟੀ ਤੋਂ ਨਹੀਂ ਭੱਜਣਾ ਚਾਹੁੰਦੇ ਸਨ। ਥਿੰਗਸ ਵਰ ਪ੍ਰੀਟੀ ਨਾਈਸ ਐਂਡ ਪੀਸਫੁਲ, ਜੋ ਸਮਾਂ ਸੀ ਉਸ ਸਮੇਂ ਪ੍ਰੀਟੀ ਨਾਈਸ ਸੀ, ਪੀਸਫੁਲ ਸੀ, ਬਹੁਤ ਵਧੀਆ ਸਮਾਂ ਸੀ ਉਹਨਾਂ ਦੇ ਸਮੇਂ ਵਿੱਚ। ਫਰੋਮ ਆਲ ਆਈ ਹੀਅਰ ਐਂਡ ਹੀ ਸਟਾਰਟਡ ਮਾਈ ਕਲੈਕਸ਼ਨ, ਤੇ ਮੇਰੇ ਦਾਦਾ ਜੀ ਨੇ ਹੀ ਮੇਰੀ ਜੋ ਇਹ ਸਟੈਂਪ ਕਲੈਕਟਿੰਗ ਦੀ ਜੋ ਰੁਚੀ ਸੀ ਉਹਨਾਂ ਨੇ ਸਟਾਰਟ ਕਰਵਾਈ ਸੀ। ਇਟ ਇਜ਼ ਨਾਈਸ ਕਲੈਕਸ਼ਨ ਟੂ, ਬਹੁਤ ਵਧੀਆ ਕਲੈਕਸ਼ਨ ਇਹ ਹੈਗੀ ਹੈ। ਬਲੌਕਸ ਆਫ 4 ਆਫ ਪਰਟੀਕੂਲਰਲੀ ਐਵਰੀ US ਇਸ਼ੂ, ਤੇ ਲਗਭਗ ਬਲੌਕਸ ਹਨ 4 ਦੇ, ਜਿਵੇਂ ਕੀ ਹੈ 4 ਦੇ ਬੰਡਲਸ ਬਣੇ ਹੋਏ ਹਨ। ਕਹਿੰਦਾ ਇੰਨੀ ਸਟੈਂਪ ਕਲੈਕਟਿੰਗ ਕੀਤੀ ਹੋਈ ਹੈ ਆਫ ਪਰਟੀਕੂਲਰਲੀ ਐਵਰੀ US ਇਸ਼ੂ, ਤੇ ਜੋ ਵੀ US ਦੇ ਵਿੱਚ, ਅਮਰੀਕਾ ਦੇ ਵਿੱਚ ਕੋਈ ਵੀ ਇਸ਼ੂ ਸੀ, ਹਰ ਇੱਕ ਦੇ ਬਾਰੇ ਮੈਂ ਸਟੈਂਪ ਕਲੈਕਟਿੰਗ ਕੀਤੀ ਹੋਈ ਹੈ। 4 ਦੇ ਬੰਡਲ ਬਣੇ ਹੋਏ ਹਨ, ਫਸਟ ਡੇ ਕਵਰਸ ਵੀ ਹਨ, ਐਂਡ ਸੋ ਔਨ, ਅਤੇ ਹੋਰ ਵੀ ਬਹੁਤ ਕੁਝ। ਪ੍ਰੈਜ਼ੀਡੈਂਟ ਰੂਜ਼ਵੈਲਟ ਕਲੈਕਟਡ ਸਟੈਂਪਸ ਟੂ, ਯੂ ਨੋ, ਤਾਂ ਚਾਰਲੀ ਨੇ ਕੀ ਕਿਹਾ ਕਿ ਪ੍ਰੈਜ਼ੀਡੈਂਟ ਰੂਜ਼ਵੈਲਟ ਵੀ ਸਟੈਂਪ ਕਲੈਕਟ ਕਰਦੇ ਸੀ, ਤੁਸੀਂ ਜਾਣਦੇ ਹੋ। ਇਸ ਤਰ੍ਹਾਂ ਦੀਆਂ ਐਗਜ਼ਾਮਪਲਸ ਦਿੰਦਾ ਚਾਰਲੀ ਉਹਨਾਂ ਨੂੰ, ਆਪਣੇ ਫਰੈਂਡਸ ਨੂੰ। ਐਨੀਵੇ, ਹੇਅਰ ਇਜ਼ ਵਟ ਹੈਪਨਡ ਐਟ ਗ੍ਰੈਂਡ ਸੈਂਟਰਲ। ਚਲੋ ਅੱਗੇ ਚਾਰਲੇ ਕੀ ਹੈ, ਪੂਰੀ ਗੱਲ ਦੱਸਦਾ। ਚਲੋ ਮੈਂ ਦੱਸਦਾ ਹਾਂ ਕਿ ਗ੍ਰੈਂਡ ਸੈਂਟਰਲ ਤੇ ਕੀ ਹੋਇਆ, ਕਿਉਂਕਿ ਹੁਣ ਚਾਰਲੇ ਕੀ ਹੈ, ਕਲੀਅਰ ਕਰੂਗਾ ਕਿ 3rd ਲੈਵਲ ਤੇ ਮੈਂ ਗਿਆ ਸੀ ਤੇ ਉੱਥੇ ਕੀ ਹੋਇਆ ਸੀ। ਵਨ ਨਾਈਟ ਲਾਸਟ ਸਮਰ, ਪਿਛਲੀਆਂ ਗਰਮੀਆਂ ਦੀ ਗੱਲ ਹੈ ਕਿ ਇੱਕ ਰਾਤ ਦਾ ਸਮਾਂ ਹੋ ਗਿਆ ਸੀ। ਆਈ ਵਰਕਡ ਲੇਟ ਐਟ ਦਾ ਆਫਿਸ, ਮੈਂ ਲੇਟ ਸਮੇਂ ਤੱਕ ਆਫਿਸ ਵਿੱਚ ਕੰਮ ਕੀਤਾ। ਆਈ ਵਾਜ਼ ਇਨ ਅ ਹਰੀ ਟੂ ਗੈਟ ਅਪ ਟਾਊਨ ਟੂ ਮਾਈ ਅਪਾਰਟਮੈਂਟ, ਮੈਂ ਜਲਦੀ ਵਿੱਚ ਸੀ ਕਿ ਮੈਂ ਆਪਣੇ ਘਰ ਜਲਦੀ ਪਹੁੰਚਾਂ। ਸੋ ਆਈ ਡਿਸਾਈਡਡ ਟੂ ਟੇਕ ਦਾ ਸਬਵੇ ਫਰੋਮ ਗ੍ਰੈਂਡ ਸੈਂਟਰਲ, ਇਸ ਲਈ ਮੈਂ ਕੀ ਹੈ, ਇੱਕ ਸਬਵੇ ਕੀ ਹੁੰਦਾ, ਜੋ ਅੰਡਰਗਰਾਊਂਡ ਕੋਈ ਬਣਿਆ ਹੁੰਦੀਆਂ ਟ੍ਰੇਨਸ ਵਗੈਰਾ ਜਾਂਦੀਆਂ। ਤਾਂ ਚਾਰਲੀ ਨੇ ਕੀ ਡਿਸਾਈਡ ਕੀਤਾ ਕਿ ਉਹ ਮੈਂ ਸਬਵੇ ਤੋਂ ਟ੍ਰੇਨ ਵਗੈਰਾ ਲੈ ਕੇ ਕੀ ਹੈ, ਗ੍ਰੈਂਡ ਸੈਂਟਰਲ ਤੋਂ ਟ੍ਰੇਨ ਲੈ ਕੇ ਸਬਵੇ ਦੇ ਰੂਟ ਦੇ ਥਰੂ ਮੈਂ ਕੀ ਹੈ ਜਾਵਾਂਗਾ। ਬਿਕੋਜ਼ ਇਟ ਇਜ਼ ਫਾਸਟਰ ਦੈਨ ਦਾ ਬੱਸ, ਕਿਉਂਕਿ ਇਹ ਜੋ ਟ੍ਰੇਨ ਸੀ ਕੀ ਹੈ, ਬੱਸ ਤੋਂ ਤੇਜ਼ ਚੱਲਦੀ ਸੀ। ਨਾਓ ਆਈ ਡੋਂਟ ਨੋ ਵਾਈ ਦਿਸ ਸ਼ੁੱਡ ਹੈਵ ਹੈਪਨ ਟੂ ਮੀ, ਚਾਰਲੇ ਦੱਸ ਰਿਹਾ ਕਿ ਪਰ ਮੈਂ ਨਹੀਂ ਜਾਣਦਾ ਕਿ ਮੇਰੇ ਨਾਲ ਹੀ ਇਸ ਤਰ੍ਹਾਂ ਕਿਉਂ ਹੋਇਆ। ਆਈ ਐਮ ਜਸਟ ਐਨ ਆਰਡੀਨਰੀ ਗਾਈ ਨੇਮਡ ਚਾਰਲੇ, ਮੈਂ ਤਾਂ ਕੀ ਹੈ, ਇੱਕ ਸਧਾਰਨ ਵਿਅਕਤੀ ਹਾਂ ਤੇ ਮੇਰਾ ਨਾਮ ਕੀ ਹੈ, ਚਾਰਲੇ ਹੈ, ਤੇ 31 ਈਅਰਸ 올ਡ, ਤੇ 31 ਸਾਲਾਂ ਦਾ ਮੈਂ ਵਿਅਕਤੀ ਹਾਂ। ਐਂਡ ਆਈ ਵਾਜ਼ ਵੀਰਿੰਗ ਅ ਟੈਨ ਗੈਬਰਡਨ, ਕੀ ਪਹਿਨਿਆ ਹੋਇਆ ਸੀ ਉਸਨੇ, ਟੈਨ ਗੈਬਰਡਨ ਕੀ ਹੁੰਦਾ ਹੈ, ਐਨ ਆਊਟਰ ਗਾਰਮੈਂਟ ਆਫ ਯੈਲੋਇਸ਼ ਬਰਾਊਨ ਕਲਰ, ਇਹ ਕੀ ਹੈ, ਇੱਕ ਯੈਲੋਇਸ਼ ਬਰਾਊਨ ਕਲਰ ਦਾ ਉਸਨੇ ਇੱਕ ਕੋਟ ਪਹਿਨਿਆ ਹੋਇਆ ਸੀ ਚਾਰਲੀ ਨੇ, ਜੋ ਕਿ ਹੈ ਜੂਸ ਵਗੈਰਾ ਪਾਉਂਦੇ ਹੁੰਦੇ ਸੀ ਪਹਿਲਾਂ ਦੇ ਸਮੇਂ ਵਿੱਚ। ਐਂਡ ਏ ਸਟਰੋ ਹੈਟ, ਅਤੇ ਇੱਕ ਕੀ ਹੈ, ਸਟਰੋ ਹੈਟ ਪਹਿਨਿਆ ਹੋਇਆ ਸੀ, ਉੱਤੋਂ ਜੋ ਫੋਲਡ ਹੋਇਆ ਹੈਟ ਹੁੰਦਾ ਨਾ, ਇਸ ਤਰ੍ਹਾਂ ਦਾ ਹੈਟ ਚਾਰਲੀ ਨੇ ਪਹਿਨਿਆ ਹੋਇਆ ਸੀ। ਤੇ ਉਹ ਕੀ ਹੈ, ਉਸ ਤੋਂ ਅੱਗੇ ਵਿਦ ਅ ਫੈਂਸੀ ਬੈਂਡ, ਜਿਸ ਦੇ ਉੱਤੇ ਕੀ ਸੀ, ਹੈਟ ਦੇ ਉੱਪਰ ਇੱਕ ਫੈਂਸੀ ਬੈਂਡ ਵੀ ਲੱਗਿਆ ਹੋਇਆ ਸੀ। ਆਈ ਪਾਸਡ ਅ ਡੋਜ਼ਨ ਮੈਨ ਹੂ ਲੁੱਕਡ ਜਸਟ ਲਾਈਕ ਮੀ, ਮੈਂ ਲਗਭਗ 1 ਦਰਜਨ ਆਦਮੀਆਂ ਦੇ ਕੋਲ ਦੀ ਲੰਘਿਆ ਜੋ ਕਿ ਹੈ ਬਿਲਕੁਲ ਮੇਰੇ ਵਾਂਗ ਹੀ ਲੱਗਦੇ ਸਨ। ਐਂਡ ਆਈ ਵਾਜ਼ ਨੋਟ ਟਰਾਈਂਗ ਟੂ ਐਸਕੇਪ ਫਰੋਮ ਐਨੀਥਿੰਗ, ਅਤੇ ਮੈਂ ਕਿਸੇ ਵੀ ਚੀਜ਼ ਤੋਂ ਬਚਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਸੀ। ਆਈ ਜਸਟ ਵਾਂਟਡ ਟੂ ਗੈਟ ਹੋਮ ਟੂ ਲੋਇਜ਼ਾ ਮਾਈ ਵਾਈਫ, ਮੈਂ ਸਿਰਫ ਕੀ ਹੈ, ਆਪਣੀ ਪਤਨੀ ਕੋਲ ਪਹੁੰਚਣਾ ਚਾਹੁੰਦਾ ਸੀ, ਲੋਇਜ਼ਾ ਦੇ ਕੋਲ ਪਹੁੰਚਣਾ ਚਾਹੁੰਦਾ ਸੀ। ਆਈ ਟਰਨਡ ਇਨਟੂ ਗ੍ਰੈਂਡ ਸੈਂਟਰਲ ਫਰੋਮ ਵੈਂਡਰਬਿਲਟ ਐਵਨਿਊ,
ਮੈਂ ਕੀ ਹੈ ਗ੍ਰੈਂਡ ਸੈਂਟਰਲ ਵੱਲ ਟਰਨ ਹੋਇਆ, ਕਿੱਥੋਂ? ਫਰੋਮ ਵੈਂਡਰਬਿਲਟ ਐਵਨਿਊ ਤੋਂ, ਐਂਡ ਵੈਂਟ ਡਾਊਨ ਦਾ ਸਟੈਪਸ ਟੂ ਦਾ ਫਸਟ ਲੈਵਲ, ਅਤੇ ਕੀ ਹੈ ਫਸਟ ਲੈਵਲ ਉੱਤੇ ਦਾਖਲ ਹੋਇਆ, ਰੇਲਵੇ ਸਟੇਸ਼ਨ ਦੇ ਫਸਟ ਲੈਵਲ ਉੱਪਰ ਆ ਗਿਆ। ਵੇਅਰ ਯੂ ਟੇਕ ਟ੍ਰੇਨਸ ਲਾਈਕ ਦਾ 20th ਸੈਂਚੁਰੀ, ਜਿੱਥੋਂ ਕੀ ਹੈ ਤੁਹਾਨੂੰ ਟ੍ਰੇਨਸ ਮਿਲਦੀਆਂ ਹਨ 20th ਸੈਂਚੁਰੀ ਦੀਆਂ, ਯਾਨੀ ਕਿ ਹੁਣ ਦੇ ਸਮੇਂ ਦੀਆਂ ਟ੍ਰੇਨ ਜਿੱਥੋਂ ਮਿਲਦੀਆਂ ਹਨ। ਦੈਨ ਆਈ ਵਾਕ ਡਾਊਨ ਅਨਦਰ ਫਲਾਈਟ ਟੂ ਦਾ ਸੈਕੰਡ ਲੈਵਲ, ਫਿਰ ਕੀ ਹੈ ਮੈਂ ਸੈਕੰਡ ਲੈਵਲ ਉੱਪਰ ਚਲਾ ਗਿਆ। ਵੇਅਰ ਦਾ ਸਬਰਬਨ ਟ੍ਰੇਨਸ, ਜੋ ਕੀ ਹੈ ਸਬਰਬਨ ਟ੍ਰੇਨਸ ਕੀ ਹੈ ਜੋ ਸਬਅਰਬਨ ਟ੍ਰੇਨਸ, ਜੋ ਕੀ ਹੈ ਜੋ ਨੇੜੇ ਦੇ ਕੋਈ ਸ਼ਹਿਰ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚੋਂ ਕੋਈ ਇਹਦਾ ਰੈਜ਼ੀਡੈਂਸ ਸੀ ਚਾਰਲੀ ਦੀ, ਉੱਥੇ ਇਸਨੇ ਪਹੁੰਚਣਾ ਸੀ, ਇੱਥੋਂ ਟ੍ਰੇਨਸ ਮਿਲਦੀਆਂ ਸੀ। ਲੀਵ ਫਰੋਮ ਡਰਕਡ ਇਨਟੂ ਐਂਡ ਆਰਚਡ ਡੋਰਵੇ, ਫਿਰ ਕੀ ਹੈ ਮੈਂ ਉੱਥੇ ਜਲਦੀ ਨਾਲ ਐਂਟਰ ਹੋਇਆ, ਅਤੇ ਉੱਥੇ ਕੀ ਸੀ ਆਰਚ ਡੋਰਵੇ ਕੀ ਹੈ ਰਾਉਂਡ ਸ਼ੇਪਡ ਡੋਰਵੇ, ਜਿਸ ਤਰ੍ਹਾਂ ਆਪਾਂ ਇੰਡੀਆ ਗੇਟ ਦੇਖਦੇ ਹਾਂ ਉੱਪਰੋਂ ਗੋਲ ਇਸ ਤਰ੍ਹਾਂ ਦੇ ਦਰਵਾਜ਼ੇ ਸਨ, ਉੱਥੋਂ ਮੈਂ ਦਾਖਲ ਹੋਇਆ। ਕਹਿੰਦਾ ਹੀਡਿੰਗ ਫॉर ਦਾ ਸਬਵੇ, ਅਤੇ ਮੈਂ ਕਿੱਧਰ ਨੂੰ ਚੱਲ ਪਿਆ ਬੇਸਮੈਂਟ ਵਾਲਾ ਜੋ ਰਸਤਾ ਸੀ ਨਾ ਉਧਰ ਨੂੰ ਮੈਂ ਉੱਥੋਂ ਗਿਆ। ਐਂਡ ਗੋਟ ਲੌਸਟ, ਅਤੇ ਮੈਂ ਇੱਕ ਤਰੀਕੇ ਨਾਲ ਕੀ ਹੋਇਆ ਲੌਸਟ ਹੀ ਹੋ ਗਿਆ, ਉੱਥੇ ਗੁੰਮ ਹੀ ਹੋ ਗਿਆ। ਦੈਟਸ ਈਜ਼ੀ ਟੂ ਡੂ, ਵੈਸੇ ਕੋਈ ਮੁਸ਼ਕਿਲ ਗੱਲ ਨਹੀਂ ਸੀ, ਸੌਖਾ ਹੀ ਸੀ। ਆਈ ਹੈਵ ਬੀਨ ਇਨ ਐਂਡ ਆਊਟ ਆਫ ਗ੍ਰੈਂਡ ਸੈਂਟਰਲ ਹੰਡਰਡਸ ਆਫ ਟਾਈਮ, ਮੈਂ ਗ੍ਰੈਂਡ ਸੈਂਟਰਲ ਉੱਤੇ ਕਈ 100 ਵਾਰ ਹੀ ਗਿਆ ਹਾਂ। ਬਟ ਆਈ ਐਮ ਆਲਵੇਜ਼ ਬੰਪਿੰਗ ਇਨਟੂ ਨਿਊ ਡੋਰਵੇਜ਼ ਐਂਡ ਸਟੇਅਰਸ ਐਂਡ ਕੋਰੀਡੋਰਸ, ਪਰ ਮੈਂ ਹਮੇਸ਼ਾ ਹੀ ਕੀ ਹੈ ਇੱਧਰ ਉੱਧਰ ਕੀ ਹੈ ਟਕਰਾਉਂਦਾ ਹੀ ਰਹਿੰਦਾ ਹਾਂ ਉੱਥੇ ਨਿਊ ਡੋਰਵੇਜ਼ ਦੇ ਨਾਲ, ਸਟੇਅਰਸ ਨਾਲ ਅਤੇ ਹੋਰ ਕੋਰੀਡੋਰਸ ਦੇ ਨਾਲ। ਵਨਸ ਆਈ ਗੋਟ ਇਨਟੂ ਅ ਟਨਲ ਅਬਾਊਟ ਅ ਮਾਈਲ ਲੌਂਗ, ਇੱਕ ਵਾਰ ਕੀ ਹੋਇਆ ਪੁਰਾਣੀ ਗੱਲ ਦੱਸ ਰਿਹਾ ਚਾਰਲੀ ਕਿ ਮੈਂ ਦਾਖਲ ਹੋ ਗਿਆ ਸੀ ਕਿਸੇ ਮਾਈਲ ਲੌਂਗ ਇੱਕ ਟਨਲ ਦੇ ਵਿੱਚ, ਕੋਈ ਮੀਲ ਲੰਮੀ ਟਨਲ ਹੋਣੀ ਆ ਸੁਰੰਗ, ਉਸ ਵਿੱਚ ਦਾਖਲ ਹੋਇਆ। ਐਂਡ ਕੇਮ ਆਊਟ ਇਨ ਦਾ ਲੌਬੀ ਆਫ ਦਾ ਰੂਜ਼ਵੈਲਟ ਹੋਟਲ, ਅਤੇ ਰੂਜ਼ਵੈਲਟ ਹੋਟਲ ਦੀ ਲੌਬੀ ਵਿੱਚ ਨਿਕਲ ਆਇਆ। ਅਨਦਰ ਟਾਈਮ ਆਈ ਕੇਮ ਅਪ ਇਨ ਐਨ ਆਫਿਸ ਬਿਲਡਿੰਗ, ਫਿਰ ਕੀ ਹੈ ਮੈਂ ਇੱਕ ਆਫਿਸ ਬਿਲਡਿੰਗ ਦੇ ਵਿੱਚ 46th ਸਟਰੀਟ ਦੀ ਇੱਕ ਇਹ ਐਡਰੈਸ ਦਿੱਤਾ ਹੋਇਆ, ਉੱਥੋਂ ਦੀ ਇੱਕ ਆਫਿਸ ਬਿਲਡਿੰਗ ਵਿੱਚ ਨਿਕਲ ਆਇਆ। ਕਿਉਂਕਿ ਚਾਰਲੀ ਹੈ ਜੋ ਕੀ ਹੈ ਉੱਥੇ ਜੋ ਇਹ ਰੇਲਵੇ ਸਟੇਸ਼ਨ ਸੀ ਗ੍ਰੈਂਡ ਸੈਂਟਰਲ ਰੇਲਵੇ ਸਟੇਸ਼ਨ, ਇੱਥੇ ਜਾ ਕੇ ਕੀ ਹੈ ਕੁਝ ਉਲਝ ਜਿਹੀ ਜਾਂਦਾ ਸੀ, ਪਤਾ ਹੀ ਨਹੀਂ ਇਹੋ ਕੀ ਹੈ ਕਿਤੇ ਇੱਕ ਜਗ੍ਹਾ ਤੇ ਦਾਖਲ ਹੁੰਦਾ ਤੇ ਕਿਤੇ ਹੋਰ ਹੀ ਉਹ ਨਿਕਲ ਆਉਂਦਾ ਸੀ। ਅਨਦਰ ਟਾਈਮ ਆਈ ਕੇਮ ਅਪ ਇਨ ਐਨ ਆਫਿਸ ਬਿਲਡਿੰਗ ਆਫ ਫਸਟ 46 ਸਟਰੀਟ, ਇਹ ਦੱਸ ਚੁੱਕੇ ਆਪਾਂ 3 ਬਲੌਕਸ ਅਵੇ, ਜੋ ਕਿ ਹੈ 3 ਬਲੌਕਸ ਅਵੇ ਸੀ। ਸਮਟਾਈਮਸ ਆਈ ਥਿੰਕ ਗ੍ਰੈਂਡ ਸੈਂਟਰ ਇਜ਼ ਗਰੋਇੰਗ ਲਾਈਕ ਅ ਟਰੀ, ਕਦੇ ਕਦੇ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਜੋ ਗ੍ਰੈਂਡ ਸੈਂਟਰ ਇੱਕ ਦਰਖਤ ਦੀ ਤਰ੍ਹਾਂ ਵੱਧ ਰਿਹਾ ਹੈ। ਪੁਸ਼ਿੰਗ ਆਊਟ ਨਿਊ ਕੋਰੀਡੋਰਸ ਐਂਡ ਸਟੇਅਰਕੇਸ ਲਾਈਕ ਰੂਟਸ, ਅਤੇ ਨਵੇਂ ਕੀ ਹੈ ਕੋਰੀਡੋਰਸ ਅਤੇ ਜੋ ਪੌੜੀਆਂ ਵਗੈਰਾ ਹਨ ਇੱਥੇ, ਉਹ ਕੀ ਹੈ ਜਿਵੇਂ ਇੱਕ ਦਰਖਤ ਦੀਆਂ ਰੂਟਸ ਹੁੰਦੀਆਂ ਨਾ ਇਸ ਤਰ੍ਹਾਂ ਵੱਧ ਰਹੀਆਂ ਹਨ। There is probably a long tunnel that nobody knows about feeling its way under the city right now. ਚਾਰਲੀ ਕੀ ਕਹਿੰਦਾ ਹੈ ਸ਼ਾਇਦ ਕੀ ਹੈ ਇੱਥੇ ਇੱਕ ਲੰਮੀ ਟਨਲ ਹੈ ਜਿਸ ਦੇ ਬਾਰੇ ਕੋਈ ਵੀ ਨਹੀਂ ਜਾਣਦਾ। ਅੰਡਰ ਦਾ ਸਿਟੀਜ਼ ਰਾਈਟ ਨਾਓ, ਸ਼ਹਿਰ ਦੇ ਥੱਲੇ ਸ਼ਾਇਦ ਇੱਕ ਸੁਰੰਗ ਹੈ ਜਿਸ ਦੇ ਬਾਰੇ ਕੋਈ ਨਹੀਂ ਜਾਣਦਾ। ਔਨ ਇਟਸ ਵੇ ਟੂ ਟਾਈਮ ਸਕੁਅਰ, ਜੋ ਕਿੱਧਰ ਨੂੰ ਲੈ ਕੇ ਜਾਂਦੀ ਹੈ ਟਾਈਮ ਸਕੁਅਰ ਵੱਲ ਲੈ ਜਾਂਦੀ ਹੈ। ਐਂਡ ਮੇ ਬੀ ਅਨਦਰ ਟੂ ਸੈਂਟਰਲ ਪਾਰਕ, ਅਤੇ ਇੱਕ ਹੋਰ ਵੀ ਹੈ ਜੋ ਕਿੱਥੇ ਲੈ ਕੇ ਜਾਂਦੀ ਹੈ ਸੈਂਟਰਲ ਪਾਰਕ ਵੱਲ। ਐਂਡ ਮੇ ਬੀ ਬਿਕੋਜ਼ ਫॉर ਸੋ ਮੈਨੀ people through the years grand central has been an exit, ਅਤੇ ਇਹ ਵੀ ਹੋ ਸਕਦਾ ਹੈ ਕਿ ਕਈ ਸਾਲਾਂ ਤੋਂ ਲੋਕਾਂ ਦੇ ਲਈ ਜੋ ਇਹ ਗ੍ਰੈਂਡ ਸੈਂਟਰ ਹੈ ਨਾ ਇਹ ਐਗਜ਼ਿਟ ਦਾ ਰਸਤਾ ਰਿਹਾ ਹੈ, ਵੀ ਇੱਥੋਂ ਦੀ ਲੋਕ ਕੀ ਹੈ ਚਲੇ ਜਾਂਦੇ ਹਨ, ਕਿਤੇ ਦੂਰ ਚਲੇ ਜਾਂਦੇ ਹਨ, ਟੈਨਸ਼ਨਸ ਫ੍ਰੀ ਹੋ ਜਾਂਦੇ ਹਨ। ਅ ਵੇ ਆਫ ਐਸਕੇਪ, ਇੱਕ ਬਚ ਨਿਕਲਣ ਦਾ ਰਸਤਾ ਰਿਹਾ ਹੈ ਕਈ ਸਾਲਾਂ ਤੋਂ, ਇਹ ਵੀ ਸੋਚਦਾ ਹੈ ਚਾਰਲੀ। Maybe that's how the tunnel I got into, but I never told my psychiatrist friend about that idea. ਪਰ ਮੈਂ ਇਸ ਵਿਚਾਰ ਬਾਰੇ ਆਪਣੇ ਸਾਈਕੈਟਰਿਸਟ ਫਰੈਂਡ ਨਾਲ ਕੋਈ ਇਹ ਗੱਲ ਸਾਂਝੀ ਨਾ ਕੀਤੀ ਕਿ ਇਸ ਤਰ੍ਹਾਂ ਦੀ ਸ਼ਾਇਦ ਕੋਈ ਸੁਰੰਗ ਹੈ। ਇਸ ਤਰ੍ਹਾਂ ਦੀਆਂ ਗੱਲਾਂ ਉਸਨੇ ਆਪਣੇ ਸਾਈਕੈਟਰਿਸਟ ਫਰੈਂਡ ਨਾਲ ਸਾਂਝੀਆਂ ਨਹੀਂ ਕੀਤੀਆਂ। The corridor I was in began angling left and slanting downwards, and I thought that was wrong, but I kept on walking. ਜਿਹੜੇ ਕੋਰੀਡੋਰ ਵਿੱਚ ਮੈਂ ਦਾਖਲ ਹੋਇਆ I was in began, ਉਹ ਕੀ ਹੈ ਲੈਫਟ ਵੱਲ ਮੁੜਿਆ, and slanting downward, ਅਤੇ ਫਿਰ ਕੀ ਹੈ ਥੱਲੇ ਵੱਲ ਨੂੰ ਜਾਂਦਾ ਸੀ,
ਐਂਡ ਆਈ ਥੋਟ ਦੈਟ ਵਾਜ਼ ਰੋਂਗ, ਪਰ ਮੇਰੇ ਦਿਮਾਗ ਵਿੱਚ ਇਹ ਗੱਲ ਵੀ ਆਈ ਕਿ ਇਹ ਗਲਤ ਸੀ, ਕਿ ਮੈਂ ਗਲਤ ਜਾ ਰਿਹਾ ਸੀ। ਬਟ ਆਈ ਕੈਪਟ ਔਨ ਵਾਕਿੰਗ, ਪਰ ਮੈਂ ਚੱਲਦਾ ਹੀ ਗਿਆ। ਆਲ ਆਈ ਕੁਡ ਹੀਅਰ ਵਾਜ਼ ਦਾ ਐਮਪਟੀ ਸਾਊਂਡ ਆਫ ਮਾਈ ਓਨ ਫੁੱਟਸਟੈਪਸ, ਇੱਕੋ ਹੀ ਚੀਜ਼ ਸੀ ਜੋ ਮੈਂ ਸੁਣ ਸਕਦਾ ਸੀ ਕਿ ਆਪਣੇ ਪੈਰਾਂ ਦੀ ਆਵਾਜ਼ ਮੈਨੂੰ ਸੁਣਾਈ ਦੇ ਰਹੀ ਸੀ। ਐਂਡ ਆਈ ਡਿਡ ਨਾਟ ਪਾਸ ਅ ਸੋਲ, ਅਤੇ ਕੋਈ ਵੀ ਆਦਮੀ ਮੇਰੇ ਕੋਲ ਦੀ ਨਾ ਗੁਜ਼ਰਿਆ। ਦੈਨ ਆਈ ਹਰਡ ਦੈਟ ਸੌਰਟ ਆਫ ਹੌਲ ਰੋਰ ਅਹੈਡ ਦੈਟ ਮੀਨਸ ਓਪਨ ਸਪੇਸ ਐਂਡ ਪੀਪਲ ਟਾਕਿੰਗ। ਫਿਰ ਮੈਂ ਕੀ ਸੁਣੀ, ਇੱਕ ਖਾਲੀ ਜਿਹੀ ਇੱਕ ਆਵਾਜ਼ ਸੁਣੀ, ਜਿਸ ਤਰ੍ਹਾਂ ਖਾਲੀ ਕੋਈ ਜਗ੍ਹਾ ਹੁੰਦੀ ਹੈ, ਓਪਨ ਏਰੀਆ ਹੁੰਦਾ ਖਾਲੀ, ਕੋਈ ਸੁਰੰਗ ਵਗੈਰਾ, ਉਹਦੇ ਵਿੱਚੋਂ ਜੋ ਆਵਾਜ਼ ਜਿਹੀ ਆਉਂਦੀ ਹੈ, ਇਸ ਤਰ੍ਹਾਂ ਦੀ ਆਵਾਜ਼ ਚਾਰਲੀ ਦੇ ਕੰਨਾਂ ਵਿੱਚ ਪਈ। ਤੇ ਇਸ ਦਾ ਮਤਲਬ ਕੀ ਸੀ, ਅੱਗੇ ਵੀ ਜਗ੍ਹਾ ਕੀ ਹੈ, ਬਿਲਕੁਲ ਖਾਲੀ ਹੈ, ਤੇ ਕੁਝ ਕੁ ਲੋਕਾਂ ਦੀ ਆਵਾਜ਼ ਉਸਨੂੰ ਪੀਪਲ ਟਾਕਿੰਗ ਕਰਦੇ ਹੋਏ ਉਸਨੂੰ ਸੁਣੇ। ਦਾ ਟਨਲ ਟਰਨਡ ਸ਼ਾਰਪ ਲੈਫਟ, ਉਸ ਤੋਂ ਬਾਅਦ ਕੀ ਹੈ, ਜੋ ਸੁਰੰਗ ਹੈ ਇੱਕਦਮ ਕੀ ਹੈ ਲੈਫਟ ਵੱਲ ਮੁੜਦੀ ਸੀ। ਆਈ ਵੈਂਟ ਡਾਊਨ ਆ ਸ਼ਾਰਟ ਫਲਾਈਟ ਆਫ ਸਟੇਅਰਸ, ਫਿਰ ਕੀ ਹੈ ਮੈਂ ਥੋੜਾ ਜਿਹਾ ਥੱਲੇ ਨੂੰ ਗਿਆ, ਥੋੜੀਆਂ ਜਿਹੀਆਂ ਪੌੜੀਆਂ ਸੀ, ਥੋੜੀਆਂ ਉਹ ਥੱਲੇ ਵੱਲ ਜਾਂਦੀਆਂ ਸੀ। ਐਂਡ ਕੇਮ ਆਊਟ ਆਫ ਦਾ ਥਰਡ ਲੈਵਲ ਐਟ ਗ੍ਰੈਂਡ ਸੈਂਟਰਲ ਸਟੇਸ਼ਨ, ਅਤੇ ਮੈਂ ਗ੍ਰੈਂਡ ਸੈਂਟਰਲ ਸਟੇਸ਼ਨ ਦੇ ਥਰਡ ਲੈਵਲ ਉੱਪਰ ਪਹੁੰਚ ਗਿਆ। ਫॉर ਜਸਟ ਅ ਮੋਮੈਂਟ ਆਈ ਥॉट ਆਈ ਵਾਜ਼ ਬੈਕ ਔਨ ਦਾ ਸੈਕੰਡ ਲੈਵਲ, ਪਰ ਇੱਕ ਹੀ ਪਲ, ਉਸੇ ਪਲ ਮੈਂ ਕੀ ਸੋਚਿਆ ਕਿ ਮੈਂ ਤਾਂ ਸੈਕੰਡ ਲੈਵਲ ਉੱਪਰ ਹਾਂ। ਬਟ ਆਈ ਸੌ ਦਾ ਰੂਮ ਵਾਜ਼ ਸਮੋਲਰ, ਪਰ ਮੈਂ ਕੀ ਦੇਖਿਆ, ਜੋ ਉੱਥੇ ਰੂਮਸ ਸਨ ਉਹ ਕੀ ਸਨ, ਛੋਟੇ ਸਨ, ਸਮੋਲਰ ਸਨ। ਦੇਅਰ ਵਰ ਫੀਵਰ ਟਿਕਟ ਵਿੰਡੋਜ਼, ਕੁਝ ਕੁ ਟਿਕਟ ਵਿੰਡੋਜ਼ ਸਨ। ਐਂਡ ਟ੍ਰੇਨ ਗੇਟਸ ਵੀ ਸਨ, ਕੁਝ ਕੁ ਸਨ, ਬਹੁਤ ਥੋੜੇ ਸਨ। ਐਂਡ ਦਾ ਇਨਫੋਰਮੇਸ਼ਨ ਬੂਥ ਇਨ ਦਾ ਸੈਂਟਰ ਵਾਜ਼ ਵੁੱਡ ਐਂਡ ਓਲਡ ਲੁਕਿੰਗ, ਅਤੇ ਜੋ ਇਨਫੋਰਮੇਸ਼ਨ ਸੈਂਟਰ ਸੀ ਉੱਥੇ ਉਹ ਕੀ ਹੈ, ਲੱਕੜ ਦਾ ਬਣਿਆ ਹੋਇਆ ਸੀ, ਪੁਰਾਣੇ ਸਟਾਈਲ ਦਾ ਬਣਿਆ ਹੋਇਆ ਸੀ, ਐਂਡ ਓਲਡ ਲੁਕਿੰਗ ਸੀ। ਐਂਡ ਦ ਮੈਨ ਇਨ ਦਾ ਬੂਥ ਵੋਰ ਅ ਗ੍ਰੀਨ ਆਈ ਸ਼ੇਡ, ਅਤੇ ਜੋ ਆਦਮੀ ਉਸ ਕਾਊਂਟਰ ਦੇ ਵਿੱਚ ਬੈਠਾ ਸੀ ਨਾ, ਉਸਨੇ ਕੀ ਪਹਿਨੀ ਹੋਈ ਸੀ, ਗ੍ਰੀਨ ਆਈ ਸ਼ੇਡ। ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਨਾ, ਕੋਈ ਕੰਨੀਦਾਰ ਕੋਈ ਹੈਟ ਵਗੈਰਾ ਜਾਂ ਲਿਆ ਹੁੰਦਾ ਹੈ, ਤੇ ਉਸ ਤਰ੍ਹਾਂ ਦੀ ਕੋਈ ਹੈਟ ਦੇ ਜੋ ਕੰਨੀ ਹੁੰਦੀ ਹੈ, ਇਹ ਕੀ ਸੀ, ਉਸਦੀ ਗ੍ਰੀਨ ਕਲਰ ਦੀ ਸੀ। ਇਸ ਤਰ੍ਹਾਂ ਕਿ ਆਈਜ਼ ਦੇ ਉੱਪਰ ਕੀ ਉਹਨਾਂ ਦੀ ਪਰਛਾਂ ਪੈ ਰਹੀ ਸੀ, ਤੇ ਉਹਦੇ ਨਾਲ ਕੋਈ ਧੁੱਪ ਵਗੈਰਾ ਤਾਂ ਕਿ ਨਾ ਲੱਗੇ। ਐਂਡ ਲੌਂਗ ਬਲੈਕ ਸਲੀਵ ਪ੍ਰੋਟੈਕਟਰਸ, ਅਤੇ ਹੋਰ ਕੀ ਹੈ, ਲੌਂਗ ਬਲੈਕ ਸਲੀਵ ਪ੍ਰੋਟੈਕਟਰਸ, ਕੋਈ ਬਾਹਾਂ ਦੇ ਉੱਪਰ ਕੋਈ ਕੱਪੜਾ ਵਗੈਰਾ ਉਸਨੇ ਬਲੈਕ ਕਲਰ ਦਾ ਲਗਾਇਆ ਹੋਇਆ ਸੀ। ਦ ਲਾਈਟਸ ਵਰ ਡਿਮ ਐਂਡ ਸੌਰਟ ਆਫ ਫਲਿਕਰਿੰਗ, ਜੋ ਲਾਈਟ ਸੀ ਉਸ ਜਗ੍ਹਾ ਦੇ ਉੱਪਰ ਉਹ ਕੀ ਸੀ, ਡਿਮ ਸੀ, ਤੇ ਫਲਿਕਰਿੰਗ ਕਰ ਰਹੀ ਸੀ, ਜਿਵੇਂ ਜਗਬੁਝ ਕਰਦੀ ਹੋਵੇ ਨਾ, ਇਸ ਤਰ੍ਹਾਂ ਦੀ ਲਾਈਟ ਸੀ। ਉਸ ਰੇਲਵੇ ਸਟੇਸ਼ਨ ਦਾ ਦ੍ਰਿਸ਼ ਦੱਸ ਰਿਹਾ ਹੈ ਜਿੱਥੇ ਚਾਰਲੀ ਕਹਿੰਦਾ ਮੈਂ ਪਹੁੰਚ ਗਿਆ ਸੀ ਥਰਡ ਲੈਵਲ ਉੱਪਰ। ਦੈਨ ਆਈ ਸੌ ਵਾਈ, ਫਿਰ ਮੈਂ ਦੇਖਿਆ ਵੀ ਕਿਉਂ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ। ਦੇ ਵਰ ਓਪਨ ਫਲੇਮ ਗੈਸ ਲਾਈਟਸ, ਇਹ ਕੀ ਸੀ, ਓਪਨ ਫਲੇਮ ਗੈਸ ਲਾਈਟ ਸੀ, ਗੈਸ ਲਾਈਟ ਸੀ, ਉਹ ਵੀ ਕੀ ਸੀ, ਓਪਨ ਸੀ ਉੱਪਰੋਂ, ਜੋ ਕਿ ਫਲਿਕਰ ਕਰ ਰਹੀ ਸੀ। ਦੇਅਰ ਵਰ ਬ੍ਰਾਸ ਸਪਿਟਨਸ ਔਨ ਦਾ ਫਲੋਰ, ਹੋਰ ਚਾਰਲੀ ਨੇ ਉੱਥੇ ਕੀ ਦੇਖਿਆ, ਬ੍ਰਾਸ ਸਪਿਟਨਸ, ਜੋ ਕੀ ਹੈ ਪਿੱਤਲ ਦੇ। ਕੀ ਸਪਿਟਨਸ ਕੀ ਹੁੰਦੇ ਆ, ਜਿਸ ਤਰ੍ਹਾਂ ਉਹ ਪੁਰਾਣੇ ਸਮੇਂ ਦੀ ਗੱਲ ਹੈ, ਉਦੋਂ ਕੀ ਸੀ, ਲੋਕ ਪਾਨ ਵਗੈਰਾ ਖਾਂਦੇ ਸੀ ਤੇ ਉਹ ਕੀ ਹੈ ਥੁੱਕ ਦਿੰਦੇ ਸੀ ਇੱਧਰ ਉੱਧਰ, ਤੇ ਉਹਦੇ ਨਾਲ ਕੀ ਹੈ, ਹੁਣ ਇਹ ਕੀ ਰੱਖੇ ਹੋਏ ਸੀ ਉੱਥੇ ਰੇਲਵੇ ਸਟੇਸ਼ਨ ਉੱਤੇ, ਸਪਿਟਨਸ ਰੱਖੇ ਹੋਏ ਸੀ, ਬ੍ਰਾਸ ਸਪਿਟਨਸ, ਤਾਂ ਕਿ ਉਹਦੇ ਵਿੱਚ ਹੀ ਥੁੱਕਿਆ ਜਾਵੇ। ਐਂਡ ਅਕ੍ਰੋਸ ਦਾ ਸਟੇਸ਼ਨ ਆ ਗਲਿੰਟ ਆਫ ਲਾਈਟ ਕੌਟ ਮਾਈ ਆਈਜ਼, ਤੇ ਸਟੇਸ਼ਨ ਦੇ ਉੱਤੇ ਹੀ ਉਸਨੂੰ ਕੀ ਇੱਕ ਰੌਸ਼ਨੀ ਜਿਹੀ, ਇੱਕ ਕਿਰਨ ਅੱਖਾਂ ਦੇ ਵਿੱਚ ਚਾਰਲੀ ਦੇ ਪਈ। ਅ ਮੈਨ ਵਾਜ਼ ਪੁਲਿੰਗ ਅ ਗੋਲਡ ਵਾਚ ਫਰੋਮ ਹਿਜ਼ ਵੈਸਟ ਪਾਕਟ, ਇੱਕ ਆਦਮੀ ਕੀ ਹੈ ਆਪਣੀ ਇੱਕ ਗੋਲਡ ਵਾਚ ਕੱਢ ਰਿਹਾ ਸੀ ਆਪਣੀ ਵੈਸਟ ਪਾਕਟ ਦੇ ਵਿੱਚੋਂ, ਜੇਬ ਵਿੱਚੋਂ, ਆਪਣੀ ਕੋਈ ਜੈਕਟ ਵਗੈਰਾ ਬਨੈਨ ਵਗੈਰਾ ਪਹਿਨੀ ਹੋਈ ਸੀ, ਉਹਦੀ ਪਾਕਟ ਦੇ ਵਿੱਚੋਂ ਉਹ ਕੀ ਕੱਢ ਰਿਹਾ ਸੀਗਾ, ਇੱਕ ਵਾਚ ਕੱਢ ਰਿਹਾ ਸੀ। ਹੀ ਸਨੈਪਡ ਓਪਨ ਦਾ ਕਵਰ, ਜੋ ਪੁਰਾਣੀਆਂ ਜਿਵੇਂ ਵਾਚ ਹੁੰਦੀਆਂ ਉਹਦੇ ਉੱਤੋਂ ਇੱਕ ਕਵਰ ਜਿਹਾ ਹੁੰਦਾ ਹੈ, ਉਸਨੇ ਉਸ ਕਵਰ ਨੂੰ ਕੀ ਹੈ ਸਾਈਡ ਉੱਪਰ ਕੀਤਾ। ਗਲੈਂਸਡ ਐਟ ਹਿਜ਼ ਵਾਚ ਐਂਡ ਫਰੌਨ, ਉਸਨੇ ਕੀ ਹੈ ਆਪਣੀ ਉਸ ਵਾਚ ਦੇ ਵੱਲ ਗਲੈਂਸਡ ਕੀਤਾ। ਗਲੈਂਸਡ ਕੀ ਹੈ, ਟਿਕਟ ਕੀ ਜੀ ਲਗਾ ਕੇ ਵੇਖਣਾ, ਅਤੇ ਫਰੌਂਡ, ਅਤੇ ਮੱਥੇ ਦੇ ਉੱਪਰ ਕੀ ਹੈ ਇੱਕ ਤਿਉੜੀਆਂ ਜੀਆਂ ਪਾ ਕੇ ਵੇਖਿਆ, ਜਿਸ ਤਰ੍ਹਾਂ ਕਿਸੇ ਦੀ ਨਿਗਾਹ ਕਮਜ਼ੋਰ ਹੁੰਦੀ ਹੈ ਨਾ, ਆਪਾਂ ਵੇਖਦੇ ਹਾਂ ਤਾਂ ਮੱਥੇ ਤੇ ਤਿਉੜੀਆਂ ਜੀਆਂ ਪਾ ਕੇ ਉਸ ਚੀਜ਼ ਨੂੰ ਧਿਆਨ ਨਾਲ ਵੇਖਦੇ ਹਾਂ, ਇਸ ਤਰ੍ਹਾਂ ਉਸ ਵਿਅਕਤੀ ਨੇ ਵੇਖਿਆ। ਹੀ ਵੋਰ ਅ ਡਰਬੀ ਹੈਟ, ਉਸਨੇ ਕੀ ਪਹਿਨਿਆ ਹੋਇਆ ਸੀ, ਇੱਕ ਲੌਂਗ ਹੈਟ। ਡਰਬੀ ਹੈਟ ਕੀ ਹੁੰਦਾ, ਜੋ ਸਿਰ ਦੇ ਨਾਲ ਨਾ ਲੱਗਿਆ ਹੋਇਆ ਹੋਵੇ, ਲੌਂਗ ਹੈਟ ਹੋਵੇ। ਅ ਬਲੈਕ 4 ਬਟਨ ਸੂਟ ਵਿਦ ਟਾਈਨੀ ਲੈਪਲਸ, ਇੱਕ ਲੰਮਾ ਬਲੈਕ 4 ਬਟਨ, 4 ਬਟਨ ਜਿਸ ਉੱਪਰ ਲੱਗੇ ਹੋਏ ਸਨ, ਸੂਟ ਪਹਿਨਿਆ ਹੋਇਆ ਸੀ,
ਵਿਦ ਟਾਈਨੀ ਲੈਪਰਸ ਕੀ ਆ ਛੋਟੇ ਛੋਟੇ ਕਾਲਰਸ ਵਾਲਾ ਸੀ ਐਂਡ ਹੀ ਹੈਡ ਅ ਬਿਗ ਬਲੈਕ ਹੈਂਡਲ ਬਾਰ ਮੌਸਟੈਚ। ਅਸੀਂ ਹੋਰ ਕੀ ਸੀ ਉਹਦੀਆਂ ਬਲੈਕ ਵੱਡੀਆਂ ਹੈਂਡਲ ਬਾਰ, ਜਿਸ ਤਰ੍ਹਾਂ ਇੱਕ ਆਪਣੇ ਗੇਟ ਦਾ ਕੋਈ ਹੈਂਡਲ ਹੁੰਦਾ ਨਾ, ਇਸ ਤਰ੍ਹਾਂ ਮੁੜੀਆਂ ਹੋਈਆਂ ਕੀ ਸੀ ਉਹਦੀਆਂ ਮੁੱਛਾਂ ਸੀ, ਕਲੀਅਰ ਵੱਡੀਆਂ ਵੱਡੀਆਂ ਮੁੱਛਾਂ ਮੁੜੀਆਂ ਹੋਈਆਂ ਸੀ। ਦੈਨ ਆਈ ਲੁਕਡ ਰਾਉਂਡ ਐਂਡ saw that everyone in the station was dressed like 1819 something। ਤੇ ਫਿਰ ਮੈਂ ਕੀ ਵੇਖਿਆ ਉਸ ਸਟੇਸ਼ਨ ਉੱਤੇ ਤਾਂ ਹਰ ਕੋਈ ਕੀ ਹੈ 1819 ਸਮਥਿੰਗ ਦੇ ਸਮੇਂ ਦੀ ਕੀ ਹੈ ਡਰੈਸਡ, ਇਸ ਤਰ੍ਹਾਂ ਡਰੈਸ ਅਪ ਹੋਇਆ ਸੀ ਜਿਵੇਂ 18ਵੀਂ 19ਵੀਂ ਸਦੀ ਦੀਆਂ ਕੀ ਹੈ ਕੋਈ ਡਰੈਸਸ ਉਸਨੇ ਪਾਈਆਂ ਹੋਈਆਂ ਹੋਣ। A woman walked in through the train gate। ਇੱਕ ਔਰਤ ਕੀ ਹੈ ਟ੍ਰੇਨ ਗੇਟ ਦੇ ਦੁਆਰਾ ਕੀ ਹੈ ਉੱਥੇ ਆਈ, ਅੰਦਰ ਦਾਖਲ ਹੋਈ। She wore a dress with leg of mutton sleeves। ਉਸਨੇ ਕੀ ਹੈ ਇੱਕ ਡਰੈਸ ਪਹਿਨੀ ਹੋਈ ਸੀ with leg of mutton sleeves, ਜੋ ਕੀ ਆ ਬਾਹਾਂ ਉੱਪਰੋਂ ਤਾਂ ਲੂਜ਼ ਹੋਣ ਤੇ ਹੇਠਾਂ ਤੋਂ ਕੀ ਹੋਣ ਫਿੱਟ ਹੋਣ। ਇਸ ਨੂੰ ਕੀ ਕਹਿੰਦੇ ਆ, ਇਸ ਤਰ੍ਹਾਂ ਦੀ ਡਰੈਸ ਨੂੰ ਕੀ ਕਹਿੰਦੇ ਆ, ਲੈਗ ਆਫ ਮਟਨ ਸਲੀਵਸ ਕਹਿੰਦੇ ਆ। ਐਂਡ ਸਕਰਟਸ ਟੂ ਦਾ ਟੌਪ ਆਫ ਹਰ ਹਾਈ ਬਟਨ ਸ਼ੂਜ਼। ਅਤੇ ਸਕਰਟ ਪਹਿਨੀ ਹੋਈ ਸੀ ਟੂ ਦਾ ਟੌਪ ਆਫ ਹਰ ਹਾਈ ਬਟਨਡ ਸ਼ੂਜ਼। ਕੋਈ ਸ਼ੂਜ਼ ਵਗੈਰਾ ਪਾਏ ਹੋਏ ਸਨ ਉਸਦੇ, ਜਿਸ ਤਰ੍ਹਾਂ ਦੇ ਦੱਸ ਰਹੇ ਆ ਹਾਈ ਬਟਨਡ ਸ਼ੂਜ਼, ਕੋਈ ਬਟਨ ਵਗੈਰਾ ਲੱਗੇ ਹੋਣਗੇ ਉੱਪਰ, ਉਸਦੇ ਉੱਪਰ ਤੱਕ ਸ਼ੂਜ਼ ਦੇ ਉੱਪਰ ਵੀ ਲੱਗੇ ਹੋਣਗੇ, ਇਸ ਤਰ੍ਹਾਂ ਦੇ ਸ਼ੂਜ਼ ਪਾਏ ਹੋਏ ਸੀ। ਬੈਕ ਆਫ ਹਰ ਆਊਟ ਔਨ ਦਾ ਟਰੈਕਸ I caught a glimpse of a locomotive। ਮੈਂ ਕੀ ਵੇਖੀ ਬੈਕ ਆਫ ਹਰ ਔਨ ਦਾ ਟਰੈਕਸ, ਰਸਤੇ ਉੱਪਰ ਮੈਂ ਕੀ ਦੇਖੀ ਇੱਕ ਝਲਕ ਲੋਕੋਮੋਟਿਵ ਦੀ। ਲੋਕੋਮੋਟਿਵ ਕੀ ਹੁੰਦਾ, ਇੱਕ ਇੰਜਨ ਹੁੰਦਾ ਲੋਕੋਮੋਟਿਵ, ਸਪੈਸ਼ਲ ਟ੍ਰੇਨ ਜੋ ਕਾਹਦੇ ਉੱਤੇ ਕੋਲਿਆਂ ਦੇ ਉੱਪਰ ਚੱਲਦੀ ਸੀ, ਇਹਨੂੰ ਲੋਕੋਮੋਟਿਵ ਕਹਿੰਦੇ ਆ, ਇੰਜਨ ਜੋ ਕੋਲਿਆਂ ਦੇ ਉੱਪਰ ਚੱਲਦਾ ਸੀ। A very small carriers and ਈਵਜ਼ ਲੋਕੋਮੋਟਿਵ, ਇਹ ਕੰਪਨੀ ਦਾ ਨਾਮ ਹੈ ਇੱਕ ਦਾ, ਇਹ ਉਸ ਕੰਪਨੀ ਦਾ ਲੋਕੋਮੋਟਿਵ ਸੀ, ਇਹ ਇੰਜਨ ਸੀ। ਵਿਦ ਦਾ ਫਨਲ ਸ਼ੇਪਡ ਸਟ੍ਰੈਕ, ਜੋ ਕੀ ਹੈ ਇੱਕ ਉਸਦੀ ਸ਼ੇਪ ਕਿਹੋ ਜੀ ਸੀਗੀ, ਜਿਸ ਤਰ੍ਹਾਂ ਉੱਪਰ ਇੱਕ ਚਿਮਨੀ ਜੀ ਵਗੈਰਾ ਲੱਗੀ ਹੋਈ ਸੀ ਉੱਪਰ ਧੂਆਂ ਕੱਢਣ ਵਾਲੀ, ਉਹਨੂੰ ਫਨਲ ਸ਼ੇਪ ਇਹ ਸੀ। ਐਂਡ ਦੈਨ ਆਈ ਨਿਊ, ਅਤੇ ਫਿਰ ਕੀ ਹੈ ਮੈਨੂੰ ਪਤਾ ਲੱਗਿਆ, ਟੂ ਮੇਕ ਸ਼ੋਰ, ਇਸ ਚੀਜ਼ ਤੋਂ ਮੈਨੂੰ ਕੀ ਹੈ ਕਲੀਅਰ ਹੋ ਗਿਆ। ਚਾਰਲੀ ਕਹਿ ਰਿਹਾ ਐਂਡ ਦੈਨ ਆਈ ਨਿਊ, ਫਿਰ ਮੈਨੂੰ ਕੁਛ ਕੁ ਚਾਰਲੀ ਦੇ ਮਨ ਵਿੱਚ ਆਇਆ ਕਿ ਕੋਈ ਗੜਬੜ ਹੈ, ਬਈ ਮੈਂ ਕੀ ਹੈ ਕਿੱਥੇ ਪਹੁੰਚ ਗਿਆ, ਕਿਸੇ ਹੋਰ ਟਾਈਮ ਵਿੱਚ ਪਹੁੰਚ ਗਿਆ, ਇਹ ਥਰਡ ਲੈਵਲ ਹੈ। ਉਸਦੇ ਮਨ ਵਿੱਚ ਇਹ ਗੱਲ ਆ ਗਈ। ਟੂ ਮੇਕ ਸ਼ੋਰ ਆਈ ਵਾਕਡ ਓਵਰ ਟੂ ਅ ਨਿਊਜ਼ ਬॉय। ਫਿਰ ਕੀ ਹੈ ਇਸ ਗੱਲ ਨੂੰ ਪੱਕਾ ਕਰਨ ਦੇ ਲਈ ਕਿ ਵਾਕਈ ਇਹ ਥਰਡ ਲੈਵਲ ਹੈ, ਮੈਂ ਕਿੱਧਰ ਨੂੰ ਗਿਆ, ਇੱਕ ਨਿਊਜ਼ ਬॉय ਦੇ ਕੋਲ ਗਿਆ। ਐਂਡ glanced at the stack of papers at his feet, ਅਤੇ ਮੈਂ ਇੱਕ ਝਾਤੀ ਮਾਰੀ, ਇੱਕ ਨਿਗਾਹ ਮਾਰੀ ਕਿੱਧਰ ਨੂੰ, at the stack of papers, ਇੱਕ ਢੇਰ ਪਿਆ ਸੀ ਪੇਪਰਸ ਦਾ, ਅਖਬਾਰ ਦਾ, ਨਿਊਜ਼ਪੇਪਰ ਦੀ ਗੱਲ ਕਰ ਰਿਹਾ ਇਹ, ਉਸਦੇ ਨਿਊਜ਼ ਬॉय ਦੇ ਪੈਰਾਂ ਵਿੱਚ ਪਿਆ ਸੀ। it was the word, ਨਿਊਜ਼ਪੇਪਰ ਦਾ ਨਾਮ ਦੱਸਿਆ ਗਿਆ, ਕੀ ਸੀ ਨਿਊਜ਼ਪੇਪਰ ਦਾ ਨਾਮ, the word। and the word has not been published for years, ਅਤੇ ਜੋ the word ਨਿਊਜ਼ਪੇਪਰ ਹੈ ਉਹ ਤਾਂ ਕਈ ਸਾਲਾਂ ਤੋਂ ਛਪਿਆ ਹੀ ਨਹੀਂ ਹੈ। The lead story said, ਜੋ ਮੇਨ ਉੱਥੇ ਸਟੋਰੀ ਸੀ ਉਹ ਕੀ ਕਹਿੰਦੀ ਸੀ, that something about President Cleveland, ਜੋ ਸਟੋਰੀ ਉੱਪਰ ਮੇਨ ਖਬਰ ਸੀ ਉਹ ਕੀ ਸੀ, ਪ੍ਰੈਜ਼ੀਡੈਂਟ ਕਲੀਵਲੈਂਡ ਦੇ ਬਾਰੇ ਸੀ। I have found that front page since in the public library files, ਮੈਂ ਕੀ ਹੈ ਇਹੀ ਫਰੰਟ ਪੇਜ ਪਬਲਿਕ ਲਾਇਬ੍ਰੇਰੀ ਦੇ ਵਿੱਚ ਵੇਖਿਆ ਸੀ। and it was printed June 11th 1894, ਅਤੇ ਇਹ ਕਦੋਂ ਪ੍ਰਿੰਟ ਹੋਇਆ ਸੀ, 11th ਜੂਨ 1894 ਵਿੱਚ ਇਹ ਪ੍ਰਿੰਟ ਹੋਇਆ ਸੀ। ਜੋ ਇਹ ਇੱਥੇ ਵੇਖ ਰਿਹਾ ਹੈ ਚਾਰਲੀ, ਇਹ ਨਿਊਜ਼ਪੇਪਰ ਇਸਨੇ ਕਿੱਥੇ ਵੇਖਿਆ ਸੀ, ਪਬਲਿਕ ਲਾਇਬ੍ਰੇਰੀ ਵਿੱਚ ਇਹ ਦੇਖਿਆ ਸੀ। I turned toward the ticket windows knowing that, ਮੈਂ ਟਿਕਟ ਵਿੰਡੋਜ਼ ਦੇ ਵੱਲ ਮੁੜਿਆ, knowing that here on the third level at Grand Center I could buy tickets that would take Loiza and me anywhere in the United States। ਮੈਂ ਕਿੱਧਰ ਨੂੰ ਮੁੜਿਆ ਟਿਕਟ ਵਿੰਡੋਜ਼ ਦੇ ਵੱਲ ਮੁੜਿਆ, knowing that here, ਕਿ ਜਿਵੇਂ ਕੀ ਹੈ ਮੈਨੂੰ ਕਿਤੇ ਨਾ ਕਿਤੇ ਲੱਗ ਰਿਹਾ ਸੀ, ਕੀ ਲੱਗ ਰਿਹਾ ਸੀ, ਚਾਰਲੀ ਕਹਿ ਰਿਹਾ ਹੈ on the third level at Grand Center I could buy tickets, ਕੀ ਲੱਗ ਰਿਹਾ ਸੀ ਉਸਨੂੰ ਕਿ ਮੈਂ ਵਾਕਈ ਕਿੱਥੇ ਪਹੁੰਚ ਗਿਆ ਹਾਂ, ਥਰਡ ਲੈਵਲ ਉੱਤੇ ਪਹੁੰਚ ਗਿਆ ਹਾਂ। ਇਹ ਚਾਰਲੀ ਦੇ ਮਨ ਵਿੱਚ ਇਹ ਗੱਲ ਆ ਰਹੀ ਸੀ। ਫਿਰ ਕੀ ਹੈ, I could buy tickets that would take Loiza and me anywhere in the United States,
ਇੱਥੋਂ ਕੀ ਹੈ, ਇਸ ਨੂੰ ਕੀ ਲੱਗਿਆ ਚਾਰਲੀ ਨੂੰ ਕਿ ਮੈਂ ਇੱਥੋਂ ਟਿਕਟਸ ਖਰੀਦ ਸਕਦਾ ਹਾਂ ਜੋ ਮੇਰੀ ਪਤਨੀ ਲੋਇਜ਼ਾ ਅਤੇ ਮੈਨੂੰ ਯੂਨਾਈਟਿਡ ਸਟੇਟ ਵਿੱਚ ਕਿਤੇ ਵੀ ਲਿਜਾ ਸਕਦੀ ਸੀ। ਵੀ ਵਾਂਟਡ ਟੂ ਗੋ, ਜਿੱਥੇ ਵੀ ਅਸੀਂ ਜਾਣਾ ਚਾਹੁੰਦੇ ਸੀ। ਇਨ ਦਾ ਈਅਰ 1894, ਇਹ ਕੀ ਹੈ 1894 ਦਾ ਸਮਾਂ ਸੀ। ਐਂਡ ਆਈ ਵਾਂਟਡ ਟੂ ਟਿਕਟਸ ਟੂ ਗੇਲਸਬਰਗ ਇਲੀਨੋਇਸ, ਅਤੇ ਮੈਂ 2 ਟਿਕਟਾਂ ਚਾਹੁੰਦਾ ਸੀ ਗੇਲਸਬਰਗ ਇਲੀਨੋਇਸ ਨੂੰ ਜਾਣ ਦੇ ਲਈ। ਹੈਵ ਯੂ ਐਵਰ ਬੀਨ ਦੇਅਰ, ਤਾਂ ਪੁੱਛਿਆ ਗਿਆ ਚਾਰਲੀ ਨੂੰ ਉੱਥੇ ਟਿਕਟ ਵਿੰਡੋ ਉੱਤੇ ਪੁੱਛਿਆ ਗਿਆ ਕਿ ਤੁਸੀਂ ਗਏ ਹੋ ਉੱਥੇ ਕਦੇ ਪਹਿਲਾਂ। ਇਟ ਇਜ਼ ਅ ਵੰਡਰਫੁਲ ਟਾਊਨ ਸਟਿਲ, ਇਹ ਬਹੁਤ ਵੰਡਰਫੁਲ ਟਾਊਨ ਹੈ। ਵਿਦ ਬਿਗ ਓਲਡ ਫਰੇਮ ਹਾਊਸਸ, ਜਿੱਥੇ ਕੀ ਹਨ ਵੱਡੇ ਵੱਡੇ ਓਲਡ ਫਰੇਮ ਹਾਊਸਸ ਹਨ। ਹਿਊਜ ਲੌਨਸ, ਵੱਡੇ ਵੱਡੇ ਲੌਨਸ ਹਨ। ਐਂਡ ਟ੍ਰੀਮੈਂਡੀਅਸ ਟਰੀਜ਼ whose branches meet overhead and roof the streets, ਵੱਡੇ ਵੱਡੇ ਦਰਖਤ ਹਨ ਜਿਨ੍ਹਾਂ ਦੀਆਂ ਬ੍ਰਾਂਚਸ ਕੀ ਹਨ ਉੱਪਰੋਂ ਮਿਲ ਜਾਂਦੀਆਂ ਹਨ। ਜਿਸ ਤਰ੍ਹਾਂ ਆਪਾਂ ਕਈ ਵਾਰ ਰੋਡ ਉੱਪਰ ਜਾਂਦੇ ਹੁੰਦੇ ਆ ਤਾਂ ਵੇਖਦੇ ਆ ਨਾ ਉੱਪਰ ਦਰਖਤਾਂ ਦੀਆਂ ਬ੍ਰਾਂਚਸ ਕੀ ਆ ਉੱਪਰੋਂ ਮਿਲੀਆਂ ਹੋਈਆਂ ਹੁੰਦੀਆਂ ਹਨ, ਜੁੜੀਆਂ ਹੋਈਆਂ ਹੁੰਦੀਆਂ ਹਨ। ਤੇ ਇਸ ਤਰ੍ਹਾਂ ਹੀ ਕੀ ਹੈ ਉਸ ਦੱਸ ਰਿਹਾ ਹੈ ਕਿ ਉਸ ਜਗ੍ਹਾ ਦੇ ਉੱਤੇ ਗੇਲਸਬਰਗ ਦੇ ਵਿੱਚ ਸਟਰੀਟਸ ਦੇ ਉੱਤੇ, ਗਲੀਆਂ ਦੇ ਉੱਤੇ ਇਸ ਤਰ੍ਹਾਂ ਬ੍ਰਾਂਚਸ ਮਿਲੀਆਂ ਹੋਈਆਂ ਹਨ। ਐਂਡ ਇਨ 1894 ਸਮਰ ਇਵਨਿੰਗਸ ਵਰ ਟਵਾਈਸ ਅ ਲੌਂਗ, ਅਤੇ 1894 ਦੇ ਵਿੱਚ ਜੋ ਸਮਰ ਇਵਨਿੰਗਸ ਹੁੰਦੀਆਂ ਸਨ ਨਾ ਉਹ ਕੀ ਸਨ ਉੱਥੇ ਟਵਾਈਸ ਅ ਲੌਂਗ, ਦੁੱਗਣੀਆਂ ਦੁੱਗਣੀਆਂ ਲੰਮੀਆਂ। ਐਂਡ ਪੀਪਲ ਸੈਟ ਆਊਟ ਔਨ ਦੇਅਰ ਲੌਨਸ, ਅਤੇ ਲੋਕ ਆਪਣੇ ਲੌਨਸ ਵਿੱਚ ਬੈਠਦੇ ਸਨ ਕਿਉਂਕਿ ਫ੍ਰੀ ਟਾਈਮ ਹੁੰਦਾ ਸੀ। ਦਾ ਮੈਨ ਸਮੋਕਿੰਗ ਸਿਗਾਰਸ, ਤੇ ਆਦਮੀ ਕੀ ਕਰਦੇ ਸਨ ਸਿਗਾਰਸ ਸਮੋਕ ਕਰਦੇ ਸਨ। ਐਂਡ ਟਾਕਿੰਗ ਕੁਆਇਟਲੀ, ਅਤੇ ਹੌਲੀ ਹੌਲੀ ਗੱਲਾਂ ਕਰਦੇ। ਦਾ ਵਿਮਨ ਵੀਵਿੰਗ ਪਾਲਮ ਲੀਫ ਫੈਨਸ, ਅਤੇ ਔਰਤਾਂ ਹੀ ਕਰਦੀਆਂ ਪਾਮ ਲੀਫ ਦੇ ਨਾਲ ਪੱਖੀ ਝੱਲਦੀਆਂ। ਵਿਦ ਦਾ ਫਾਇਰ ਫਲਾਈਜ਼ ਆਲ ਅਰਾਊਂਡ, ਤੇ ਚਾਰੇ ਪਾਸੇ ਕੀ ਆ ਫਾਇਰ ਫਲਾਈਜ਼ ਉੜਦੀਆਂ ਹੋਈਆਂ ਦੇਖੀਆਂ ਜਾ ਸਕਦੀਆਂ ਸਨ। ਇਨ ਆ ਪੀਸਫੁਲ ਵਰਲਡ, ਅਤੇ ਜੋ ਕੀ ਹੈ ਇਹ ਸੰਸਾਰ ਬਿਲਕੁਲ ਸ਼ਾਂਤੀ ਵਾਲਾ ਸੰਸਾਰ ਸੀ। ਟੂ ਬੀ ਬੈਕ ਦੇਅਰ ਵਿਦ ਦਾ ਫਸਟ ਵਰਲਡ ਵਾਰ ਸਟਿਲ 20 years ਆਫ, ਤੇ ਹਾਲੇ ਫਸਟ ਵਰਲਡ ਵਾਰ ਲੱਗਣ ਦੇ ਵਿੱਚ ਵੀ 20 ਸਾਲ ਹਾਲੇ ਪਏ ਸਨ ਕਿਉਂਕਿ 1894 ਦੀ ਗੱਲ ਹੈ। ਤੇ ਫਸਟ ਵਰਲਡ ਵਾਰ ਕਦੋਂ ਲੱਗੀ 1914 ਦੇ ਵਿੱਚ, 1914 ਵਿੱਚ ਲੱਗੀ, ਤੇ ਫਸਟ ਵਾਰ ਲੱਗਣ ਦੇ ਵਿੱਚ ਵੀ ਹਾਲੇ 20 ਸਾਲ ਪਏ ਸਨ। ਐਂਡ ਵਰਲਡ ਵਾਰ ਸੈਕਿੰਡ ਓਵਰ 40 years ਇਨ ਦਾ ਫਿਊਚਰ, ਅਤੇ ਸੈਕਿੰਡ ਵਰਲਡ ਵਾਰ ਲੱਗਣ ਵਿੱਚ ਤਾਂ ਹਾਲੇ 40 ਸਾਲ ਪਏ ਸਨ। ਆਈ ਵਾਂਟਡ 2 tickets ਫॉर दैट, ਅਤੇ ਮੈਂ ਗੇਲਸਬਰਗ ਦੇ ਲਈ ਜਾਣ ਦੇ ਲਈ 2 ਟਿਕਟਾਂ ਚਾਹੁੰਦਾ ਸੀ। ਦਾ ਕਲਰਕ ਫਿਗਰ ਦਾ ਫੇਅਰ, ਹੁਣ ਕਲਰਕ ਨੇ ਕੀ ਕੀਤਾ ਉਹ ਜੋ ਫੇਅਰ ਵਗੈਰਾ ਸੀ ਉਹ ਫਿਗਰ ਆਊਟ ਕੀਤਾ। ਕੀ ਕੀਤਾ ਕਲਰਕ ਨੇ ਫਿਗਰ ਆਊਟ ਕੀਤਾ ਜੋ ਫੇਅਰ ਕਲਰਕ ਨੇ ਦੇਖਿਆ ਵੀ ਕਿੰਨਾ ਕਿਰਾਇਆ ਬਣਦਾ ਹੈ। ਹੀ ਗਲੈਂਸਡ ਐਟ ਮਾਈ ਫੈਂਸੀ ਹੈਡਬੈਂਡ, ਉਸਨੇ ਕੀ ਹੈ ਮੇਰੇ ਫੈਂਸੀ ਹੈਡਬੈਂਡ ਦੇ ਵੱਲ ਕੀ ਹੈ ਇੱਕ ਗਲੈਂਸਡ ਕੀਤਾ, ਝਾਤੀ ਮਾਰੀ। ਬਟ ਹੀ ਫਿਗਰਡ ਦਾ ਫੇਅਰ, ਪਰ ਉਸਨੇ ਕੀ ਕੀਤਾ ਫਿਗਰ ਕੀਤਾ ਫੇਅਰ, ਕਿਰਾਇਆ ਵਗੈਰਾ ਦੇਖਿਆ ਉਸਨੇ। ਐਂਡ ਆਈ ਹੈਡ ਇਨਫ ਫॉर 2 ਕੋਚ ਟਿਕਟਸ ਵਨ ਵੇ, ਪਰ ਮੇਰੇ ਕੋਲੇ ਕਿੰਨਾ ਕੁ ਕਿਰਾਇਆ ਸੀ, ਇੰਨਾ ਕੀ ਸੀ ਕਿ ਮੈਂ ਇੱਕ ਪਾਸੇ ਦਾ ਕਿਰਾਇਆ ਸੀ ਕਿ ਮੈਂ ਇੱਕ ਪਾਸੇ ਜਾ ਸਕਾਂ, ਬਟ ਵੈਨ ਆਈ ਕਾਊਂਟਡ ਆਊਟ ਦਾ ਮਨੀ ਐਂਡ ਲੁਕਡ ਅਪ, ਪਰ ਜਦੋਂ ਮੈਂ ਪੈਸੇ ਗਿਣੇ ਅਤੇ ਉੱਪਰ ਵੱਲ ਦੇਖਿਆ, ਦਾ ਕਲਰਕ ਵਾਸ ਸਟੇਰਿੰਗ ਐਟ ਮੀ, ਤੇ ਜੋ ਕਲਰਕ ਸੀ ਉਹ ਕੀ ਹੈ ਮੇਰੇ ਵੱਲ ਦੇਖ ਰਿਹਾ ਸੀ। ਹੀ ਨੋਡਡ ਐਟ ਦਾ ਬਿਲਸ, ਉਸਨੇ ਕੀ ਹੈ ਪੈਸਿਆਂ ਦੇ ਵੱਲ ਵੇਖਿਆ ਜੋ ਮੈਂ ਗਿਣ ਰਿਹਾ ਸੀ, ਚਾਰਲੀ ਗਿਣ ਰਿਹਾ ਸੀ ਨਾ, ਉਹਨਾਂ ਪੈਸਿਆਂ ਵੱਲ ਵੇਖਿਆ ਅਤੇ ਸਿਰ ਜਾ ਹਿਲਾਇਆ ਥੋੜਾ ਜਿਹਾ। that are not money ਮਿਸਟਰ, ਇਹ ਪੈਸੇ ਨਹੀਂ ਹਨ ਮਿਸਟਰ, ਹੀ ਸੈਡ, ਉਸ ਜੋ ਟਿਕਟ ਕਾਊਂਟਰ ਤੇ ਵਿਅਕਤੀ ਬੈਠਾ ਸੀ ਨਾ ਉਸਨੇ ਕੀ ਕਿਹਾ ਚਾਰਲੀ ਨੂੰ ਕਿ ਇਹ ਪੈਸੇ ਨਹੀਂ ਹਨ ਮਿਸਟਰ। ਐਂਡ ਇਫ ਯੂ ਆਰ ਟਰਾਈਂਗ ਟੂ ਕਿਲ ਮੀ, ਜੇਕਰ ਤੁਸੀਂ ਮੈਨੂੰ ਠੱਗਣ ਦੀ ਕੋਸ਼ਿਸ਼ ਕਰ ਰਹੇ ਹੋ ਨਾ, ਯੂ ਵੁਡ ਨਾਟ ਗੈਟ ਵੈਰੀ ਫਾਰ, ਤੂੰ ਜ਼ਿਆਦਾ ਦੂਰ ਤੱਕ ਨਹੀਂ ਜਾ ਸਕੇਗਾ। ਐਂਡ ਹੀ ਗਲੈਂਸਡ ਐਟ ਦਾ ਕੈਸ਼ ਡਰਾਅਰ ਬਿਸਾਈਡ ਹਿਮ, ਅਤੇ ਉਸਨੇ ਜੋ ਕੈਸ਼ ਡਰਾਅਰ ਸੀ ਨਾ ਉਸਦੇ ਇੱਕ ਸਾਈਡ ਉੱਤੇ ਉਸਦੇ ਵੱਲ ਵੇਖਿਆ, ਝਾਤੀ ਮਾਰੀ ਉਸ ਵੱਲ। ਆਫ ਕੋਰਸ ਦਾ ਮਨੀ ਵਾਸ ਓਲਡ ਸਟਾਈਲ ਬਿਲਸ, ਚਾਰਲੀ ਦੱਸ ਰਿਹਾ ਕਿ ਮੈਂ ਦੇਖਿਆ ਜੋ ਉਸਦੇ ਉਸ ਵਿਅਕਤੀ ਦੇ ਸਾਈਡ ਉੱਤੇ ਜੋ ਇੱਕ ਡਰਾਅਰ ਸੀ, ਪੈਸਿਆਂ ਵਾਲੀ ਡਰਾਅਰ ਸੀ ਨਾ, ਉਹਦੇ ਵੱਲ ਜਦ ਚਾਰਲੀ ਨੇ ਵੇਖਿਆ ਨਾ ਤਾਂ ਕੀ ਵੇਖਿਆ ਕਿ ਓਲਡ ਸਟਾਈਲ ਦੇ ਨੋਟਸ ਸਨ। ਬਿਲਸ ਕਿਸ ਨੂੰ, ਨੋਟਸ ਨੂੰ ਕਿਹਾ ਗਿਆ। ਹਾਫ ਅਗੇਨ ਐਜ਼ ਬਿਗ ਐਜ਼ ਦਾ ਮਨੀ ਵੀ ਯੂਜ਼ ਨਾਓ ਅਡੇਜ਼, ਤੇ ਜੋ ਅਸੀਂ ਪੈਸੇ ਅੱਜ ਕੱਲ੍ਹ ਯੂਜ਼ ਕਰਦੇ ਆ ਨਾ ਤੇ ਉਦੋਂ ਦਾ ਕੀ ਸਨ ਉਹ, ਇਹ ਹਾਫ ਅਗੇਨ ਐਜ਼ ਬਿਗ ਐਜ਼ ਦਾ ਮਨੀ ਵੀ ਯੂਜ਼ ਨਾਓ ਅਡੇਜ਼,
ਇਸ ਤੋਂ ਇਹ ਤਾਂ ਅੱਜ ਕੱਲ ਜੋ ਯੂਜ਼ ਕਰਦੇ ਆ ਉਹ ਤਾਂ ਉਸ ਤੋਂ ਅੱਧੀ ਹੀ ਸੀ, ਜਾਣੀ ਕਿ ਉਹ ਬਹੁਤ ਵੱਡੇ ਸਾਈਜ਼ ਦੇ ਸਨ। ਐਂਡ ਡਿਫਰੈਂਟ ਲੁਕਿੰਗ ਦੇ ਨੋਟ ਸਨ। ਆਈ ਟਰਨਡ ਅਵੇ ਐਂਡ ਗੋਟ ਆਊਟ ਫਾਸਟ, ਮੈਂ ਉੱਥੋਂ ਨਿਕਲਿਆ ਅਤੇ ਤੇਜ਼ੀ ਨਾਲ ਬਾਹਰ ਵੱਲ ਨਿਕਲਿਆ। ਦੇਅਰ ਇਜ਼ ਨਥਿੰਗ ਨਾਈਸ ਅਬਾਊਟ ਜੇਲ ਈਵਨ ਇਨ 1894। ਇੱਥੇ ਚਾਰਲੀ ਥੋੜਾ ਜਿਹਾ ਮਜ਼ਾਕੀਆ ਢੰਗ ਦੇ ਵਿੱਚ ਕਹਿ ਰਿਹਾ ਕਿ ਜੇਲ੍ਹ ਤਾਂ ਚਾਹੇ 1894 ਦੀ ਹੋਵੇ, ਜੇਲ੍ਹ ਬਾਰੇ ਤਾਂ ਕੋਈ ਨਾਈਸ ਚੀਜ਼ ਹੋ ਹੀ ਨਹੀਂ ਸਕਦੀ, ਤੇ ਇਸ ਲਈ ਚਾਰਲੀ ਕੀ ਹੈ, ਬਚਣ ਦੇ ਲਈ ਉੱਥੋਂ ਦੌੜਿਆ। ਐਂਡ that was that, ਇਹੀ ਗੱਲ ਸੀ ਹੋਈ ਬਸ। I left the same way I came, ਤੇ ਮੈਂ ਉਸੇ ਰਸਤੇ ਤੋਂ ਹੀ ਵਾਪਸ ਦੌੜਿਆ ਜਿਸ ਰਸਤੇ ਮੈਂ ਆਇਆ ਸੀ। I suppose, ਚਾਰਲੀ ਨੂੰ ਕੀ ਸਪੋਜ਼ ਕਰਦਾ, ਮੰਨਦਾ ਸ਼ਾਇਦ ਮੈਂ ਉਸੇ ਰਸਤੇ ਤੇ ਹੀ ਦੌੜ ਗਿਆ ਵਾਪਸ ਵੱਲ। ਨੈਕਸਟ ਡੇ ਡਿਊਰਿੰਗ ਲੰਚ ਆਰ, ਅਗਲੇ ਦਿਨ ਲੰਚ ਆਰ ਦੇ ਸਮੇਂ I drew $300 out of the bank, ਮੈਂ ਬੈਂਕ ਦੇ ਵਿੱਚੋਂ $300 ਕਢਵਾਏ। ਨੀਅਰਲੀ ਆਲ ਵੀ ਹੈਡ, ਐਂਡ ਲਗਭਗ ਇੰਨੇ ਕੀ ਸਾਡੇ ਕੋਲੇ ਸੀ, $300 ਹੀ ਸੀ ਚਾਰਲੇ ਦੱਸ ਰਿਹਾ, ਤੇ ਉਹ ਮੈਂ ਬੈਂਕ ਵਿੱਚੋਂ ਕਢਵਾ ਲਏ। ਐਂਡ ਬੌਟ 올ਡ ਸਟਾਈਲ ਕਰੰਸੀ, ਅਤੇ 올ਡ ਸਟਾਈਲ ਦੀ ਕਰੰਸੀ ਮੈਂ ਖਰੀਦੀ। ਦੈਟ ਰੀਅਲੀ ਵਰਿਡ ਮਾਈ ਸਾਈਕੈਟ੍ਰਿਸਟ ਫਰੈਂਡ, ਇਸ ਗੱਲ ਨੇ ਚਾਰਲੀ ਦੱਸ ਰਿਹਾ ਕਿ ਮੇਰੇ ਸਾਈਕੈਟ੍ਰਿਸਟ ਫਰੈਂਡ ਨੂੰ ਵੀ ਥੋੜਾ ਜਿਹਾ ਚਿੰਤਿਤ ਕਰ ਦਿੱਤਾ ਇਸ ਗੱਲ ਨੇ। ਇਹ ਦੱਸ ਰਿਹਾ ਨਾ ਆਪਣੇ ਫਰੈਂਡ ਨੂੰ ਸਾਰੀ ਸਟੋਰੀ ਦੱਸ ਰਿਹਾ ਕਿ ਕੀ ਹੋਇਆ ਮੇਰੇ ਨਾਲ। You can buy old money at almost any coin dealers, but you have to pay a premium. ਤੁਸੀਂ ਕਿਤੋਂ ਵੀ ਖਰੀਦ ਸਕਦੇ ਹੋ 올ਡ ਕਰੰਸੀ, ਜੇਕਰ ਖਰੀਦਣੀ ਚਾਹੋ ਤਾਂ ਕਿਸੇ ਵੀ ਮਨੀ ਡੀਲਰ ਤੋਂ, ਪਰ ਕੁਆਇਨ ਡੀਲਰ ਤੋਂ ਖਰੀਦ ਸਕਦੇ ਹੋ, ਪਰ ਤੁਹਾਨੂੰ ਕੀ ਹੈ, ਥੋੜਾ ਜਿਹਾ ਪ੍ਰੀਮੀਅਮ ਦੇਣਾ ਪੈਂਦਾ, ਉਹਦੇ ਲਈ ਵੱਧ ਪੈਸੇ ਦੇਣੇ ਪੈਂਦੇ ਹਨ। My $300 bought less than 200 in old style ਬਿਲਸ, ਮੇਰੇ ਜੋ $300 ਦੇ ਜੋ ਮੈਂ ਦਿੱਤੇ, ਚਾਰਲੇ ਦੱਸ ਰਿਹਾ ਹੈ ਕਿ $300 ਦੇ ਬਦਲੇ ਮੈਨੂੰ ਕੀ ਹੈ, ਲੈਸ ਦੈਨ 200, ਮੈਨੂੰ $200 ਤੋਂ ਵੀ ਕੀ ਹੈ, ਘੱਟ ਪੈਸੇ ਥੋੜੇ ਜਿਹੇ ਮਿਲੇ, ਜੋ ਕਿ ਆ 올ਡ ਕਰੰਸੀ ਦੇ ਨੋਟ ਸਨ। ਬਟ ਆਈ ਡਿਡ ਨਾਟ ਕੇਅਰ, ਪਰ ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਸੀ। ਐਗਸ ਵਰ 13 ਸੈਂਟਸ, ਐਗਸ ਵਰ 13 ਸੈਂਟਸ ਆ ਡੋਜ਼ਨ ਇਨ 1894, ਕਿਉਂਕਿ 1894 ਦੇ ਵਿੱਚ ਤਾਂ 13 ਸੈਂਟਸ ਦੇ ਨਾ 13 ਸੈਂਟਸ ਦੇ ਡੋਜ਼ਨ ਐਗਸ ਆ ਜਾਂਦੇ ਸਨ। ਇਸ ਲਈ ਕੀ ਹੈ, ਚਾਰਲੇ ਸੈਟਿਸਫਾਈਡ ਸੀ ਵੀ ਚਲੋ ਕਾਫੀ ਪੈਸੇ ਆ, ਇੰਨੇ ਹੀ ਕਾਫੀ ਪੈਸੇ ਆ, ਕਿਉਂਕਿ ਉਸਨੇ ਤਾਂ 1894 ਦੇ ਸਮੇਂ ਵਿੱਚ ਜਾਣਾ ਸੀ ਨਾ। ਬਟ ਆਈ ਹੈਵ ਨੈਵਰ ਅਗੇਨ ਫਾਊਂਡ ਦਾ ਗ੍ਰੈਂਡ ਸੈਂਟਰਲ ਸਟੇਸ਼ਨ, ਪਰ ਮੈਂ ਦੁਬਾਰਾ ਕਦੇ ਵੀ ਉਹ ਫਾਊਂਡ ਦਾ ਕੋਰੀਡੋਰ ਦੈਟ ਲੀਡਸ ਟੂ ਦਾ 3rd ਲੈਵਲ ਐਟ ਗ੍ਰੈਂਡ ਸੈਂਟਰਲ ਸਟੇਸ਼ਨ, ਪਰ ਮੈਂ ਦੁਬਾਰੇ ਉਹ ਜੋ 3rd ਲੈਵਲ ਸੀ, ਜੋ ਗ੍ਰੈਂਡ ਸੈਂਟਰਲ ਸਟੇਸ਼ਨ ਦਾ 3rd ਲੈਵਲ ਸੀ, ਉਹ ਦੁਬਾਰਾ ਨਾ ਲੱਭ ਸਕਿਆ। although I have tried often enough, ਭਾਵੇਂ ਦੀ ਮੈਂ ਕਾਫੀ ਵਾਰ ਟਰਾਈ ਕੀਤੀ ਹੈ, ਚਾਰਲੇ ਦੱਸ ਰਿਹਾ ਕਿ ਦੁਬਾਰਾ ਮੈਨੂੰ ਉਹ ਨਾ ਮਿਲਿਆ। ਲੋਇਜ਼ਾ was pretty worried, ਉਹ ਜੋ ਲੋਇਜ਼ਾ ਸੀ ਉਹ ਕੀ ਹੈ, pretty worried ਸੀ, ਬਹੁਤ ਜ਼ਿਆਦਾ ਚਿੰਤਿਤ ਹੋਈ ਇਸ ਗੱਲ ਤੋਂ। when I told her all this, ਜਦੋਂ ਮੈਂ ਉਸਨੂੰ ਇਹ ਸਾਰੀ ਗੱਲ ਦੱਸੀ। and did not want me to look for the 3rd level anymore, ਅਤੇ ਲੋਇਜ਼ਾ ਇਹ ਨਹੀਂ ਚਾਹੁੰਦੀ ਸੀ ਕਿ ਮੈਂ ਦੁਬਾਰਾ 3rd ਲੈਵਲ ਨੂੰ ਲੱਭਾਂ। ਐਂਡ ਆਫਟਰ ਅ ਵਾਈਲ ਆਈ ਸਟਾਪਡ, ਦਾ ਕੁਝ ਸਮੇਂ ਬਾਅਦ ਮੈਂ ਇਹ ਆਪਣੀ ਜੋ ਐਕਟੀਵਿਟੀ ਸੀ ਇਹ ਬੰਦ ਹੀ ਕਰ ਦਿੱਤੀ। ਆਈ ਵੈਂਟ ਬੈਕ ਟੂ ਮਾਈ ਸਟੈਂਪਸ, ਅਤੇ ਮੈਂ ਦੁਬਾਰਾ ਆਪਣੀ ਜੋ ਸਟੈਂਪਸ ਕਲੈਕਟਿੰਗ ਵਾਲਾ ਕੰਮ ਸੀ, ਉਹ ਆਪਣੀ ਹੌਬੀ ਸੀ, ਉਹ ਸਟਾਰਟ ਕਰ ਦਿੱਤੀ। ਬਟ ਨਾਓ ਵੀ ਆਰ ਬੋਥ ਲੁਕਿੰਗ, ਪਰ ਹੁਣ ਅਸੀਂ ਦੋਵੇਂ ਹੀ ਲੱਭ ਰਹੇ ਹਾਂ। ਐਵਰੀ ਵੀਕਐਂਡ, ਹਰ ਵੀਕਐਂਡ ਉੱਤੇ ਲੱਭਦੇ ਹਾਂ। ਬਿਕੋਜ਼ ਨਾਓ ਵੀ ਹੈਵ ਪ੍ਰੂਫ that the 3rd level is still there, ਕਿਉਂਕਿ ਹੁਣ ਸਾਡੇ ਕੋਲ ਇੱਕ ਸਬੂਤ ਹੈ ਕਿ 3rd ਲੈਵਲ ਹੈਗਾ ਹੈ। ਇੱਥੇ ਇੱਕ ਸਸਪੈਂਸ ਹੈ ਜੋ ਆਪਾਂ ਅੱਗੇ ਜਾ ਕੇ ਆਪਾਂ ਨੂੰ ਕਲੀਅਰ ਹੋ ਜਾਵੇਗਾ ਕਿ ਉਹਨਾਂ ਕੋਲ ਕੀ ਪ੍ਰੂਫ ਸੀ ਕਿ 3rd ਲੈਵਲ ਹੈ। My friend Sam Weiner disappeared, ਪਹਿਲੀ ਗੱਲ ਤਾਂ ਕੀ ਹੈ, ਜੋ ਮੇਰਾ ਮਿੱਤਰ ਸੀ ਸੈਮ ਵੈਨਰ, ਉਹ disappeared ਹੋ ਗਿਆ ਸੀ, ਅਲੋਪ ਹੋ ਗਿਆ ਸੀ, ਉਹ ਮਿਲ ਨਹੀਂ ਰਿਹਾ ਸੀ। ਇਹ ਸੈਮ ਵੈਨਰ ਕੀ ਹੈ, ਉਹੀ ਸਾਈਕੈਟ੍ਰਿਸਟ ਸੀ ਜਿਸ ਦੇ ਕੋਲ ਕੀ ਹੈ, ਇਹ ਗੱਲਾਂ ਕਰਦਾ ਹੁੰਦਾ ਸੀ, ਚਾਰਲੇ ਗੱਲਾਂ ਕਰਦਾ ਹੁੰਦਾ ਸੀ 3rd ਲੈਵਲ ਦੀਆਂ। ਉਹ ਕੀ ਹੈ, ਹੁਣ ਡਿਸਅਪੀਅਰਡ ਹੋ ਗਿਆ ਸੀ, ਮਿਲ ਨਹੀਂ ਰਿਹਾ ਸੀ। ਨੋਬਡੀ ਨਿਊ ਵੇਅਰ, ਕੋਈ ਵੀ ਨਹੀਂ ਜਾਣਦਾ ਸੀ ਕਿ ਉਹ ਕਿੱਥੇ ਚਲਾ ਗਿਆ। ਬਟ ਆਈ ਸੌਰਟ ਆਫ ਸਸਪੈਕਟਡ ਬਿਕੋਜ਼ ਸੈਮਸ ਆ ਸਿਟੀ ਬॉय, ਮੈਨੂੰ ਥੋੜਾ ਜਿਹਾ ਸ਼ੱਕ ਸੀ ਕਿਉਂਕਿ ਜੋ ਸੈਮ ਸੀ ਨਾ, ਉਹ ਕੀ ਸੀ, ਇੱਕ ਸ਼ਹਿਰੀ ਲੜਕਾ ਸੀ। ਬਟ ਆਈ ਯੂਜ਼ਡ ਟੂ ਟੈਲ ਹਿਮ ਅਬਾਊਟ ਗੇਲਸਬਰਗ, ਅਤੇ ਮੈਂ ਅਕਸਰ ਉਸ ਦੇ ਨਾਲ ਗੇਲਸਬਰਗ ਬਾਰੇ ਗੱਲਾਂ ਕਰਦਾ ਹੁੰਦਾ ਸੀ। ਆਈ ਵੈਂਟ ਟੂ ਸਕੂਲ ਦੇਅਰ, ਮੈਂ ਉੱਥੇ ਸਕੂਲ ਜਾਂਦਾ ਹੁੰਦਾ ਸੀ। ਐਂਡ ਹੀ ਆਲਵੇਜ਼ ਸੈਡ ਹੀ ਲਾਈਕਡ ਦਾ ਸਾਊਂਡ ਆਫ ਦਾ ਪਲੇਸ, ਤੇ ਉਹ ਹਮੇਸ਼ਾ ਹੀ ਕਹਿੰਦਾ ਹੁੰਦਾ ਸੀ, ਸੈਮ ਹਮੇਸ਼ਾ ਹੀ ਕਹਿੰਦਾ ਹੁੰਦਾ ਸੀ ਕਿ
ਉਹ ਜਗ੍ਹਾ ਉਸਨੂੰ ਉਸ ਦੀਆਂ ਗੱਲਾਂ ਉਸ ਜਗ੍ਹਾ ਦੀਆਂ ਬਹੁਤ ਪਸੰਦ ਆਉਂਦੀਆਂ ਸੀ। ਐਂਡ ਦੈਟਸ ਵੇਅਰ ਹੀ ਇਜ਼, ਅਤੇ ਇਹੀ ਗੱਲ ਹੈ ਵੇਅਰ ਹੀ ਇਜ਼ ਆਲ ਰਾਈਟ ਇਨ 1894। ਤੇ ਚਾਰਲੀ ਨੂੰ ਪੂਰੀ ਤਰ੍ਹਾਂ ਹੀ ਇਹ ਸ਼ੱਕ ਸੀ ਕਿ ਉਹ ਉੱਥੇ ਹੀ ਚਲਾ ਗਿਆ ਹੈ, 1894 ਵਿੱਚ ਚਲਾ ਗਿਆ ਹੈ। ਬਿਕੋਜ਼ ਵਨ ਨਾਈਟ ਫਸਿੰਗ ਵਿਦ ਮਾਈ ਸਟੈਂਪ ਕਲੈਕਸ਼ਨ, ਕਿਉਂਕਿ ਇੱਕ ਰਾਤ ਜਦ ਕੀ ਹੈ ਮੈਂ ਫਸਿੰਗ ਵਿਦ ਮਾਈ ਸਟੈਂਪ ਕਲੈਕਸ਼ਨ, ਜਦੋਂ ਮੈਂ ਕੀ ਹੈ ਬਿਜ਼ੀ ਸੀ ਆਪਣੀ ਸਟੈਂਪ ਕਲੈਕਸ਼ਨ ਦੇ ਵਿੱਚ ਬਿਜ਼ੀ ਸੀ, ਆਈ ਫਾਊਂਡ ਵੈਲ ਡੂ ਯੂ ਨੋ ਵਟ ਅ ਫਸਟ ਡੇ ਕਵਰ ਇਜ਼। ਤੁਸੀਂ ਜਾਣਦੇ ਹੋ ਕਿ ਫਸਟ ਡੇ ਕਵਰ ਕੀ ਹੁੰਦਾ ਹੈ? ਵੈਨ ਅ ਸਟੈਂਪ ਇਜ਼ ਇਸ਼ੂਡ, ਜਦੋਂ ਇੱਕ ਸਟੈਂਪ ਇਸ਼ੂ ਹੁੰਦੀ ਹੈ ਨਾ, ਇੱਥੇ ਫਸਟ ਡੇ ਕਵਰ ਬਾਰੇ ਦੱਸ ਰਿਹਾ ਚਾਰਲੀ ਕੀ ਹੁੰਦਾ ਹੈ। ਇਹ ਕੁਐਸਚਨ ਵੀ ਕਈ ਵਾਰ ਆ ਜਾਂਦਾ ਹੈ। ਵੈਨ ਅ ਸਟੈਂਪ ਇਜ਼ ਇਸ਼ੂਡ, ਜਦ ਕੋਈ ਸਟੈਂਪ ਇਸ਼ੂ ਹੁੰਦੀ ਹੈ ਨਾ, ਸਟੈਂਪ ਕਲੈਕਟਰਸ ਬਾਏ ਸਮ ਐਂਡ ਯੂਜ਼ them to mail envelopes to themselves on the very first day। ਜੋ ਸਟੈਂਪ ਕਲੈਕਟਰਸ ਹੁੰਦੇ ਆ ਨਾ, ਜੋ ਸ਼ੌਂਕ ਰੱਖਦੇ ਆ ਸਟੈਂਪਸ ਦਾ, ਉਹ ਕੀ ਕਰਦੇ ਆ, ਇੱਕ ਐਨਵਲਪ ਲੈਂਦੇ ਆ ਤੇ ਉਸ ਉੱਪਰ ਉਹ ਸਟੈਂਪ ਲਗਾ ਕੇ ਨਾ ਆਪਣੇ ਆਪ ਨੂੰ ਹੀ ਮੇਲ ਕਰਵਾ ਲੈਂਦੇ ਹਨ। ਪੋਸਟ ਆਫਿਸ ਵਿੱਚ ਜਾਂਦੇ ਹਨ, ਉੱਥੋਂ ਸਟੈਂਪ ਵਗੈਰਾ ਲਵਾਉਂਦੇ ਹਨ ਤੇ ਆਪਣੇ ਆਪ ਨੂੰ ਹੀ ਉਹ ਕੀ ਹੈ ਮੇਲ ਕਰਵਾ ਲੈਂਦੇ ਹਨ ਫਸਟ ਡੇ, ਕਿਉਂਕਿ ਉਹ ਇੱਕ ਰਿਕਾਰਡ ਰੱਖਣਾ ਚਾਹੁੰਦੇ ਹੁੰਦੇ ਹਨ ਕਿ ਜੋ ਪਹਿਲੇ ਦਿਨ ਇਸ਼ੂ ਹੋਈ ਸਟੈਂਪ ਤੇ ਪਹਿਲੇ ਦਿਨ ਦੀ ਜੋ ਸਟੈਂਪ ਸੀ ਉਹ ਸਾਡੇ ਕੋਲ ਹੈ, ਇੱਕ ਰਿਕਾਰਡ ਰੱਖਦੇ ਸੀ ਉਹ। ਐਂਡ ਦਾ ਪੋਸਟ ਮਾਰਕ ਪ੍ਰੂਵ ਦਾ ਡੇਟ, ਅਤੇ ਜੋ ਪੋਸਟ ਆਫਿਸ ਦੇ ਵਿੱਚ ਉਸਦੇ ਉੱਪਰ ਕੋਈ ਡੇਟ ਵਗੈਰਾ ਲਗਾਈ ਜਾਂਦੀ, ਕੋਈ ਸਟੈਂਪ ਵਗੈਰਾ ਲਗਾਈ ਜਾਂਦੀ ਹੋਰ, ਉਹ ਕਲੀਅਰ ਕਰਦੀ ਸੀ ਕਿ ਇਹ ਪਹਿਲੇ ਦਿਨ ਦੀ ਸਟੈਂਪ ਹੈ। ਇਹ ਦਾ ਐਨਵਲਪ ਇਜ਼ ਕਾਲਡ ਅ ਫਸਟ ਡੇ ਕਵਰ, ਉਸ ਐਨਵਲਪ ਨੂੰ ਕੀ ਕਿਹਾ ਜਾਂਦਾ ਸੀ? ਫਸਟ ਡੇ ਕਵਰ ਕਿਹਾ ਜਾਂਦਾ ਸੀ। ਦੇ ਆਰ ਨੈਵਰ ਓਪਨਡ, ਇਹ ਕਦੇ ਵੀ ਖੋਲੇ ਨਹੀਂ ਜਾਂਦੇ ਸੀ। ਯੂ ਜਸਟ ਪੁੱਟ ਬਲੈਂਕ ਪੇਪਰ ਇਨ ਦਾ ਐਨਵਲਪ, ਤੁਸੀਂ ਕੀ ਪਾਉਂਦੇ ਸੀ ਉਹਦੇ ਵਿੱਚ, ਮਤਲਬ ਕੀ ਪਾਇਆ ਜਾਂਦਾ ਸੀ? ਇੱਕ ਖਾਲੀ ਪੇਜ ਹੀ ਪਾਇਆ ਜਾਂਦਾ ਸੀ ਤੇ ਉਸ ਉੱਪਰ ਲਿਖਿਆ ਕੁਝ ਨਹੀਂ ਜਾਂਦਾ ਸੀ। ਉਹ ਜਸਟ ਇੱਕ ਫਾਰਮੈਲਿਟੀ ਦੇ ਤੌਰ ਤੇ ਉਸ ਐਨਵਲਪ ਦੇ ਵਿੱਚ ਇੱਕ ਖਾਲੀ ਪੇਪਰ ਪਾ ਦਿੱਤਾ ਜਾਂਦਾ ਅਤੇ ਪਹਿਲੇ ਦਿਨ ਵਾਲੀ ਸਟੈਂਪ ਲਗਾ ਲਈ ਜਾਂਦੀ, ਇੱਕ ਪ੍ਰੂਫ ਰੱਖਣ ਦੇ ਲਈ ਕਿ ਇਹ ਫਸਟ ਡੇ ਜਿੱਦਾਂ ਇਸ਼ੂ ਹੋਈ ਹੈ ਇਹ ਸਟੈਂਪ, ਉਸ ਦਿਨ ਦਾ ਹੀ ਇਹ ਸਟੈਂਪ ਸਾਡੇ ਕੋਲ ਪਹੁੰਚ ਗਈ ਸੀ। That night among my oldest first day covers, ਉਸ ਰਾਤ ਮੇਰੇ ਪੁਰਾਣੇ ਫਸਟ ਡੇ ਕਵਰਸ ਦੇ ਵਿੱਚ ਜਦ ਮੈਂ ਦੇਖ ਰਿਹਾ ਸੀ, I found one that should not have been there, ਮੈਨੂੰ ਉੱਥੇ ਕੀ ਮਿਲਿਆ ਜਿਹੜਾ ਉੱਥੇ ਨਹੀਂ ਹੋਣਾ ਚਾਹੀਦਾ ਸੀ, but there it was, ਪਰ ਉਹ ਉੱਥੇ ਸੀ। It was there because someone had mailed it to my grandfather, ਇਹ ਉੱਥੇ ਸੀ ਕਿਉਂਕਿ ਕਿਸੇ ਨੇ ਇਹ ਮੇਰੇ ਗ੍ਰੈਂਡਫਾਦਰ ਨੂੰ ਮੇਲ ਕੀਤਾ ਸੀ at his home in Galesburg, ਉਸਦੇ ਗੇਲਸਬਰਗ ਵਾਲੇ ਹੋਮ ਐਡਰੈਸ ਉੱਤੇ ਇਹ ਮੇਲ ਕੀਤਾ ਸੀ। that is what the address on the envelope said, ਇਹ ਜੋ ਸੀ ਐਡਰੈਸ ਸੀ ਐਨਵਲਪ ਦੇ ਉੱਪਰ, ਇਹ ਉਸ ਤੋਂ ਗੱਲ ਕਲੀਅਰ ਹੁੰਦੀ ਸੀ ਕਿ ਉਸਦੇ ਦਾਦਾ ਜੀ ਨੂੰ ਇਹ ਕਿਸੇ ਨੇ ਪੋਸਟ ਕੀਤਾ ਸੀ। and it had been there since July 18, 1894, ਅਤੇ ਇਹ ਉੱਥੇ ਕਦੋਂ ਤੋਂ ਸੀ? ਜੁਲਾਈ 18, 1894 ਤੋਂ ਸੀ। The postmark showed that, ਜੋ ਪੋਸਟਮਾਰਕ ਸੀ, ਜੋ ਪੋਸਟ ਆਫਿਸ ਵਿੱਚੋਂ ਕੋਈ ਸਟੈਂਪ ਵਗੈਰਾ ਜੋ ਲੱਗੀ ਹੋਈ ਸੀ, ਉਹ ਇਹ ਗੱਲ ਸ਼ੋਅ ਕਰਦੀ ਸੀ ਕਿ ਇਹ ਇੰਨਾ ਪੁਰਾਣਾ ਸੀ। Yet I did not remember it at all, ਪਰ ਮੈਨੂੰ ਇਸ ਦੇ ਬਾਰੇ ਕੁਝ ਵੀ ਨਹੀਂ ਯਾਦ ਸੀ। The stamp was a 6 cent, 6 cent ਦੀ ਇਹ ਸਟੈਂਪ ਲੱਗੀ ਹੋਈ ਸੀ, ਡਲ ਬਰਾਊਨ ਕਲਰ ਦੀ ਸੀ, with a picture of President Garfield, ਜਿਸ ਉੱਪਰ ਪ੍ਰੈਜ਼ੀਡੈਂਟ ਗਾਰਫੀਲਡ ਦੀ ਤਸਵੀਰ ਵੀ ਲੱਗੀ ਹੋਈ ਸੀ। Naturally, when the envelope came to granddad in the mail, ਇਹ ਗੱਲ ਹੁਣ ਕਲੀਅਰ ਹੀ ਸੀ ਕਿ ਜਦੋਂ ਇਹ ਮੇਰੇ ਦਾਦਾ ਜੀ ਕੋਲ ਗ੍ਰੈਂਡਡੈਡ ਦੇ ਕੋਲ ਮੇਲ ਆਈ, it went right into his collection and stayed there, ਇਹ ਉਹਨਾਂ ਦੇ ਹੋਰ ਕਲੈਕਸ਼ਨ ਦੇ ਵਿੱਚ, ਜਿੱਥੇ ਹੋਰ ਉਹਨਾਂ ਦੀਆਂ ਲੈਟਰਸ ਵਗੈਰਾ ਫਸਟ ਡੇ ਕਵਰਸ ਵਗੈਰਾ ਪਏ ਸੀ, ਉਹਨਾਂ ਦੇ ਵਿੱਚ ਚਲੀ ਗਈ ਅਤੇ ਉੱਥੇ ਹੀ ਰਹੀ। till I took it out and opened it, ਜਦ ਤੱਕ ਮੈਂ ਇਸ ਨੂੰ ਖੋਲ ਨਹੀਂ ਲਿਆ, ਪ੍ਰਾਪਤ ਨਹੀਂ ਕਰ ਲਿਆ ਤੇ ਖੋਲ ਨਹੀਂ ਲਿਆ। The paper inside was not blank, it read, ਜੋ ਪੇਪਰ ਸੀ ਨਾ ਉਹਦੇ ਵਿੱਚ ਉਹ ਬਲੈਂਕ ਨਹੀਂ ਸੀ। ਵੈਸੇ ਤਾਂ ਜੋ ਫਸਟ ਡੇ ਕਵਰ ਹੁੰਦੇ ਆ ਬਲੈਂਕ ਹੀ ਹੁੰਦੇ ਸੀ, ਪਰ ਇਹ ਕੀ ਹੈ ਬਲੈਂਕ ਨਹੀਂ ਸੀ। ਉਸ ਉੱਪਰ ਕੁਝ ਲਿਖਿਆ ਹੋਇਆ ਸੀ। ਕੀ ਲਿਖਿਆ ਹੋਇਆ ਸੀ? ਇੱਕ ਐਡਰੈਸ ਲਿਖਿਆ ਹੋਇਆ ਸੀ, 941 ਵਿਲਾਰਡ ਸਟਰੀਟ, ਗੇਲਸਬਰਗ, ਇਲੀਨੋਇਸ, ਜੁਲਾਈ 18, 1894, ਚਾਰਲੇ। I got to, ਇਹ ਕਿਸ ਵੱਲੋਂ ਆਇਆ ਸੀ? ਇਹ ਇੱਕ ਜੋ ਫਸਟ ਡੇ ਕਵਰ ਸੀ ਇਹ ਚਾਰਲੇ ਵੱਲੋਂ ਸੀ। ਇਹ ਦੇਖੋ ਇਸ ਦੇ ਵਿੱਚ ਲਿਖਿਆ ਹੋਇਆ ਸੀ, I got to wishing that you were right, ਮੈਂ ਕੀ ਹੈ
ਇਹ ਹਮੇਸ਼ਾ ਹੀ ਇੱਛਾ ਕੀਤੀ ਸੀ ਕਿ ਤੁਸੀਂ ਕੀ ਹੋਵੋ, ਠੀਕ ਹੋਵੋ। ਦੈਨ ਆਈ ਗੋਟ ਟੂ ਬਲੀਵਿੰਗ ਕਿ ਤੁਸੀਂ ਠੀਕ ਹੋ, ਜੋ ਤੁਸੀਂ ਗੱਲ ਕਹਿ ਰਹੇ ਹੋ ਉਹ ਠੀਕ ਹੈ। ਮੈਂ ਹਮੇਸ਼ਾ ਹੀ ਇਹ ਇੱਛਾ ਕੀਤੀ ਸੀ ਕਿ ਜੋ ਤੁਸੀਂ ਗੱਲ ਕਹਿ ਰਹੇ ਹੋ ਉਹ ਕੀ ਹੈ, ਠੀਕ ਹੈ। ਦੈਨ ਆਈ ਗੋਟ ਟੂ ਬਲੀਵਿੰਗ ਯੂ ਵਰ ਰਾਈਟ, ਅਤੇ ਹੁਣ ਮੈਂ ਇਹ ਯਕੀਨ ਕਰਨ ਲੱਗ ਗਿਆ ਹਾਂ ਕਿ ਤੁਸੀਂ ਵਾਕਈ ਤੁਸੀਂ ਠੀਕ ਸੀ। ਐਂਡ ਚਾਰਲੀ, ਇਟ ਇਜ਼ ਟਰੂ, ਇਹ ਸੱਚ ਹੈ ਚਾਰਲੀ। ਆਈ ਫਾਊਂਡ ਦਾ ਥਰਡ ਲੈਵਲ, ਮੈਂ ਥਰਡ ਲੈਵਲ ਲੱਭ ਲਿਆ ਹੈ। ਆਈ ਹੈਵ ਬੀਨ ਹੇਅਰ 2 ਵੀਕਸ, ਮੈਂ 2 ਹਫ਼ਤਿਆਂ ਤੋਂ ਇੱਥੇ ਹਾਂ। ਐਂਡ ਰਾਈਟ ਨਾਓ, ਅਤੇ ਹੁਣ ਡਾਊਨ ਦਾ ਸਟਰੀਟ ਐਟ ਦਾ ਡੇਜ਼ ਸਮਵਨ ਇਜ਼ ਪਲੇਇੰਗ ਅ ਪਿਆਨੋ, ਅਤੇ ਹੁਣ ਬਿਲਕੁਲ ਇਸ ਸਮੇਂ ਕੀ ਹੈ, ਡਾਊਨ ਦਾ ਸਟਰੀਟ ਗਲੀ ਦੇ ਵੱਲ ਕੀ ਹੈ, ਐਟ ਦਾ ਡੈਲੀਜ਼, ਇਹ ਦੱਸ ਰਹੇ ਹੈ, ਜਗ੍ਹਾ ਦੱਸ ਰਹੇ ਹੈ ਕੋਈ। ਸਮਵਨ ਇਜ਼ ਪਲੇਇੰਗ ਅ ਪਿਆਨੋ, ਇੱਕ ਵਿਅਕਤੀ ਕੋਈ ਪਿਆਨੋ ਵਜਾ ਰਿਹਾ ਹੈ। ਐਂਡ ਦੇ ਆਰ ਆਲ ਆਊਟ ਔਨ ਦਾ ਫਰੰਟ ਪੋਰਚ ਸਿੰਗਿੰਗ, ਅਤੇ ਉਹ ਸਾਰੇ ਕੀ ਹਨ, ਉਹ ਲੋਕ ਅਮਰੀਕਾ ਦੇ ਇਹ ਲੋਕ ਸਨ, ਅਤੇ ਇਹਨਾਂ ਦੇ ਜੋ ਘਰਾਂ ਦੇ ਬਾਹਰ ਕੀ ਹੁੰਦਾ ਸੀ, ਇੱਕ ਫਰੰਟ ਪੋਰਚ ਹੁੰਦਾ ਸੀ, ਜੋ ਕੀ ਹੈ ਉੱਥੇ ਕੀ ਬੈਠ ਕੇ ਇਹ ਕੀ ਕਰ ਰਹੇ ਹਨ, ਦੱਸ ਰਿਹਾ ਚਾਰਲੀ ਨੂੰ ਲਿਖ ਰਿਹਾ ਹੈ ਉਹ। ਜੋ ਸੈਮ ਨੇ ਇਹ ਲੈਟਰ ਲਿਖਿਆ ਸੀ ਚਾਰਲੀ ਨੂੰ, ਕੀ ਲਿਖ ਰਿਹਾ ਹੈ ਕਿ ਜੋ ਲੋਕ ਹਨ ਇੱਥੇ ਫਰੰਟ ਪੋਰਚ ਵਿੱਚ ਬੈਠੇ ਕੀ ਕਰ ਰਹੇ ਹਨ, ਗਾ ਰਹੇ ਹਨ। ਕੀ ਗਾ ਰਹੇ ਹਨ, ਸਿੰਗ ਨੈਲੀ ਹੋਮ, ਇਹ ਗਾ ਰਹੇ ਹਨ, ਉਹ ਸੌਂਗ ਗਾ ਰਹੇ ਹਨ, ਸਿੰਗ ਨੈਲੀ ਹੋਮ ਸੌਂਗ ਗਾ ਰਹੇ ਹਨ। ਐਂਡ ਆਈ ਐਮ ਇਨਵਾਈਟਡ ਓਵਰ ਫॉर ਲੈਮੰਡ, ਅਤੇ ਮੈਨੂੰ ਇੱਥੇ ਲੈਮੰਡ ਦੇ ਲਈ ਇਨਵਾਈਟ ਕੀਤਾ ਗਿਆ ਹੈ। ਕਮ ਔਨ ਬੈਕ ਚਾਰਲੀ ਐਂਡ ਲੋਇਜ਼ਾ, ਤੁਸੀਂ ਵੀ ਆ ਜਾਓ, ਇਹ ਉਹਨਾਂ ਨੂੰ ਇਨਵਾਈਟ ਕਰ ਰਿਹਾ ਸੈਮ। ਕੀਪ ਲੁਕਿੰਗ ਟਿਲ ਯੂ ਫਾਈਂਡ ਦਾ ਥਰਡ ਲੈਵਲ, ਲੱਭਦੇ ਰਹੋ ਜਦ ਤੱਕ ਤੁਸੀਂ ਥਰਡ ਲੈਵਲ ਨੂੰ ਨਹੀਂ ਲੱਭ ਲੈਂਦੇ। ਇਟਸ ਵਰਥ ਇਟ ਬਿਲੀਵ ਮੀ, ਇਹ ਕੰਮ ਕਰਦਾ ਹੈ, ਜੇਕਰ ਤੁਸੀਂ ਲੱਭੋਗੇ ਤਾਂ ਇਹ ਜ਼ਰੂਰ ਮਿਲ ਜਾਵੇਗਾ। ਇਹ ਮਤਲਬ ਸੀ ਸੈਮ ਦਾ ਕਹਿਣ ਦਾ। ਦਾ ਨੋਟ ਇਜ਼ ਸਾਈਨਡ ਸੈਮ, ਅਤੇ ਨੋਟ ਦੇ ਥੱਲੇ ਕੀ ਸਾਈਨ ਕੀਤੇ ਹੋਏ ਸੀ, ਸੈਮ ਲਿਖਿਆ ਹੋਇਆ ਸੀ। ਐਟ ਦਾ ਸਟੈਂਪ ਐਂਡ ਕੁਆਇਨ ਸਟੋਰ, ਹੁਣ ਇਹ ਵੇਖੋ ਇਹਨਾਂ ਗੱਲਾਂ ਤੋਂ ਕੀ ਹੈ ਵੀ ਇਹ ਕਲੀਅਰ ਹੋ ਰਿਹਾ ਹੈ ਕਿ ਇਹ ਜੋ ਫਰੈਂਡ ਸੀ ਉਸਦਾ ਸੈਮ, ਉਹ ਕੀ ਹੈ ਪਹੁੰਚ ਚੁੱਕਾ ਸੀ 1894 ਦੇ ਟਾਈਮ ਵਿੱਚ ਪਹੁੰਚ ਚੁੱਕਾ ਸੀ, ਅਤੇ ਉਸਨੇ ਕੀ ਹੈ ਇੱਕ ਲੈਟਰ ਲਿਖਿਆ। ਕਿਸ ਨੂੰ ਲੈਟਰ ਲਿਖਿਆ, ਚਾਰਲੀ ਨੂੰ ਲੈਟਰ ਲਿਖਿਆ ਕਿ ਤੁਸੀਂ ਵੀ ਇੱਥੇ ਆ ਜਾਓ। ਐਟ ਦਾ ਸਟੈਂਪ ਐਂਡ ਕੁਆਇਨ ਸਟੋਰ ਆਈ ਗੋ ਟੂ, ਹੁਣ ਚਾਰਲੀ ਦੱਸ ਰਿਹਾ ਕਿ ਮੈਂ ਕਿੱਥੇ ਗਿਆ, ਫਿਰ ਸਟੈਂਪ ਐਂਡ ਕੁਆਇਨ ਸਟੋਰ ਤੇ ਗਿਆ। ਆਈ ਫਾਊਂਡ ਆਊਟ ਦੈਟ ਸੈਮ ਬਾਊਟ $800, ਮੈਂ ਉੱਥੇ ਕੀ ਵੇਖਿਆ ਕਿ ਸੈਮ ਨੇ ਉੱਥੋਂ $800 ਖਰੀਦੇ ਸਨ। 800 ਕਿਉਂ ਖਰੀਦੇ ਉਸਨੇ 800? ਵਰਥ ਆਫ 올ਡ ਸਟਾਈਲ ਕਰੰਸੀ, ਇਹ ਕੀ ਆ 올ਡ ਸਟਾਈਲ ਕਰੰਸੀ ਦੇ $800 ਉਸਨੇ ਖਰੀਦੇ ਸਨ। that ought to set him up in a nice little hay feed and grain business, ਜਿਹੜੇ ਕੀ ਹੈ ਕਿਉਂਕਿ ਉਹ ਕੀ ਚਾਹੁੰਦਾ ਸੀਗਾ, ਆਪਣਾ ਇੱਕ ਵਧੀਆ ਜਿਹਾ ਕੋਈ ਹੇ ਸੁੱਕੀ ਘਾਹ ਨੂੰ ਕਹਿੰਦੇ ਆ, ਫੀਡ ਅਤੇ ਗ੍ਰੇਨ ਦਾ ਬਿਜ਼ਨਸ ਕਰਨਾ ਚਾਹੁੰਦਾ ਸੀ ਉੱਥੇ ਜਾ ਕੇ। he always said that what he really wished he could do, ਉਹ ਕੀ ਹੈ ਹਮੇਸ਼ਾ ਹੀ ਇਹ ਗੱਲ ਕਹਿੰਦਾ ਹੁੰਦਾ ਸੀ, ਸੈਮ ਹਮੇਸ਼ਾ ਹੀ ਇਹ ਗੱਲ ਕਰਦਾ ਸੀ ਕਿ ਉਸਦੀ ਇਹ ਇੱਛਾ ਸੀ ਕਿ ਉਹ ਇਸ ਤਰ੍ਹਾਂ ਦਾ ਕੰਮ ਕਰੇ। ਐਂਡ he certainly cannot go back to his old business, ਤੇ ਹੁਣ ਇਹ ਗੱਲ ਵੀ ਪੱਕੀ ਸੀ ਕਿ ਉੱਥੇ ਜਾ ਕੇ ਤਾਂ ਉਹ ਆਪਣਾ ਕੋਈ ਪੁਰਾਣਾ ਬਿਜ਼ਨਸ ਕਰ ਨਹੀਂ ਨਾ ਸਕਦਾ ਸੀ। not in ਗੇਲਜ਼ਬਰਗ ਵਿੱਚ ਨਹੀਂ ਕਰ ਸਕਦਾ ਸੀ in 1894, ਕਿਉਂਕਿ ਜੋ ਇਹ ਗੇਲਜ਼ਬਰਗ ਇਲਿਨੋਇਸ ਦੇ ਵਿੱਚ ਉਹ ਪਹੁੰਚ ਚੁੱਕਾ ਸੀ, ਤੇ 1894 ਦੇ ਵਿੱਚ ਤਾਂ ਉਦੋਂ ਲੋਕ ਕੀ ਆ ਟੈਨਸ਼ਨ ਫ੍ਰੀ ਸਨ ਬਿਲਕੁਲ। ਤੇ ਇਹ ਕੀ ਸੀ, ਇੱਕ ਸਾਈਕੈਟਰਿਸਟ ਸੀ। ਹਿਜ਼ 올ਡ ਬਿਜ਼ਨਸ, ਆਪਣਾ ਪੁਰਾਣਾ ਬਿਜ਼ਨਸ ਸਾਈਕੈਟਰਿਸਟ ਵਾਲਾ ਤਾਂ ਕਰ ਨਹੀਂ ਸਕਦਾ ਸੀ ਸੈਮ। ਵਾਈ ਸੈਮ ਵਾਜ਼ ਮਾਈ ਸਾਈਕੈਟਰਿਸਟ, ਕਿਉਂਕਿ ਸੈਮ ਕੀ ਸੀ, ਮੇਰਾ ਸਾਈਕੈਟਰਿਸਟ ਸੀ। ਇਸ ਤਰ੍ਹਾਂ ਇਹ ਦੇਖੋ ਬੇਟੇ, ਹੁਣ ਤੁਹਾਡੇ ਮਨ ਵਿੱਚ ਇਸ ਤਰ੍ਹਾਂ ਦੇ ਕੁਐਸਚਨ ਹੋਣਗੇ ਕਿ ਚਾਰਲੀ ਸੱਚਮੁੱਚ ਥਰਡ ਲੈਵਲ ਤੇ ਗਿਆ ਸੀ। ਇਸ ਦਾ ਆਨਸਰ ਯੈਸ ਵੀ ਹੋ ਸਕਦਾ ਹੈ ਤੇ ਨੋ ਵੀ, ਕਿਉਂਕਿ ਲੈਸਨ ਵਿੱਚ ਪ੍ਰੂਫਸ ਹੀ ਇੰਨੇ ਦਿੱਤੇ ਗਏ ਹਨ ਕਿ ਉਹ ਥਰਡ ਲੈਵਲ ਤੇ ਗਿਆ ਸੀ। ਜਿਵੇਂ ਕਿ ਉਹ ਵੂਡਨ ਜੋ ਕੀ ਸੀ, ਟਿਕਟ ਵਿੰਡੋ ਸੀ, ਸਪਿਟਨ ਸੀ, ਪੁਰਾਣੇ ਸਮੇਂ ਦੀਆਂ ਡਰੈਸਸ, ਮਾਊਸ ਟੈਚ ਹੋ ਗਈਆਂ। ਫਿਰ ਜਦੋਂ ਕਰੰਸੀ ਆਫਿਸ ਜਾਂਦਾ ਹੈ ਪਤਾ ਕਰਨ ਲਈ ਕਿ ਤਾਂ ਇੱਥੋਂ ਉਸਨੂੰ ਵੀ ਇਹ ਪਤਾ ਲੱਗਦਾ ਹੈ ਕਿ ਸੈਮ ਨੇ 올ਡ ਕਰੰਸੀ ਲਈ ਸੀ ਉੱਥੋਂ। ਕਲੀਅਰ, ਇਸ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ ਹਨ। ਇਹਨਾਂ ਗੱਲਾਂ ਤੇ ਕਲੀਅਰ ਹੁੰਦਾ ਹੈ ਕਿ ਉਹ ਥਰਡ ਲੈਵਲ ਤੇ ਗਿਆ ਸੀ। ਪਰ ਜੇਕਰ ਸਟੂਡੈਂਟਸ ਲਿਖਦੇ ਹਨ ਕਿ ਉਹ ਨਹੀਂ ਗਿਆ ਸੀ, ਉਹ ਸਿਰਫ ਉਸਦੇ ਮਨ ਦਾ ਵਹਿਮ ਸੀ, ਉਹ ਇੱਕ ਥੱਕਿਆ ਹੋਇਆ ਇਨਸਾਨ ਸੀ ਆਪਣੇ ਜੀਵਨ ਵਿੱਚ ਤੇ ਰਿਲੀਫ ਚਾਹੁੰਦਾ ਸੀ ਤੇ ਮਨਘੜਤ ਕਹਾਣੀਆਂ ਹੀ ਬਣਾ ਰਿਹਾ ਸੀ,
ਇਹ ਗੱਲ ਵੀ ਕੋਈ ਗਲਤ ਨਹੀਂ ਹੈ ਜੇਕਰ ਸਟੂਡੈਂਟ ਵੀ ਇਹ ਗੱਲਾਂ ਵੀ ਕਹਿਣ। ਇਹ ਕੀ ਹੈ, ਇਸ ਰਿਐਲਿਟੀ ਵਿੱਚ ਕਿਉਂਕਿ ਇਹ ਸੰਭਵ ਨਹੀਂ ਹੈ, ਠੀਕ ਹੈ ਨਾ, ਕੋਈ ਇਸ ਤਰ੍ਹਾਂ ਜਾ ਨਹੀਂ ਨਾ ਸਕਦਾ, ਰਿਐਲਿਟੀ ਵਿੱਚ ਵੀ ਇਹ ਗੱਲ ਸੰਭਵ ਵੀ ਨਹੀਂ ਹੈ ਕਿ ਇਸ ਤਰ੍ਹਾਂ ਗਿਆ ਹੋਵੇ। ਇਸ ਤਰ੍ਹਾਂ ਵੀ ਸਟੂਡੈਂਟਸ ਆਪਣੀ ਗੱਲ ਕਲੀਅਰ ਕਰ ਸਕਦੇ ਹਨ, ਕਲੀਅਰ ਵੀ ਉਹ ਕਲੀਅਰ ਕਰਨ ਵੀ ਉਹ ਗਿਆ ਸੀ ਤਾਂ ਕਿਉਂ ਗਿਆ ਸੀ। ਜੇਕਰ ਵੀ ਨਹੀਂ ਜਾ ਸਕਦਾ ਤਾਂ ਇਹ ਗੱਲਾਂ ਕਹਿ ਸਕਦੇ ਹਨ ਵੀ ਰਿਐਲਿਟੀ ਵਿੱਚ ਇਹ ਗੱਲ ਵੀ ਨਹੀਂ ਹੋ ਸਕਦੀ ਕਿ ਕੋਈ ਵੀ ਇਸ ਤਰ੍ਹਾਂ ਕੋਈ ਪੁਰਾਣੇ ਸਮੇਂ ਵਿੱਚ ਚਲਾ ਜਾਵੇ। ਇਹ ਨਾ ਕੁਐਸਚਨ ਪੁੱਛਿਆ ਗਿਆ ਸੀ 2008 ਵਿੱਚ, CBSE ਵਿੱਚ ਪੁੱਛਿਆ ਗਿਆ ਸੀ ਇਹ ਕੁਐਸਚਨ। ਤੇ CBSE ਨੇ ਜੋ ਐਗਜ਼ਾਮੀਨਰਸ ਹੁੰਦੇ ਆ ਉਹਨਾਂ ਨੂੰ ਇਹ ਇੰਸਟਰਕਸ਼ਨ ਦਿੱਤੀ ਸੀ ਕਿ ਸਟੂਡੈਂਟਸ ਯੈਸ ਜਾਂ ਨੋ ਦੋਵੇਂ ਤਰੀਕਿਆਂ ਨਾਲ ਹੀ ਜਸਟੀਫਾਈ ਕਰ ਸਕਦੇ ਹਨ ਕਿ ਤੇ ਵੀ ਉਹਨਾਂ ਨੂੰ ਫਿਰ ਮਾਰਕਸ ਦਿੱਤੇ ਜਾਣ। ਕਲੀਅਰ। ਤੇ ਇਸ ਤਰ੍ਹਾਂ ਆਪਣਾ ਕੀ ਹੈ ਲੈਸਨ ਇਹ ਖਤਮ ਹੁੰਦਾ ਹੈ। ਜੇਕਰ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਲੈਸਨ ਦੇ ਵਿੱਚ ਕੋਈ ਮਿਸਅੰਡਰਸਟੈਂਡਿੰਗ ਹੋਵੇ, ਕੁਝ ਨਾ ਪਤਾ ਲੱਗਿਆ ਹੋਵੇ ਤਾਂ ਕਮੈਂਟ ਬਾਕਸ ਵਿੱਚ ਮੈਨੂੰ ਜ਼ਰੂਰ ਤੁਸੀਂ ਲਿਖੋ। ਤੇ ਇਸ ਤਰ੍ਹਾਂ ਤੁਸੀਂ ਦੇਖਿਆ ਕਿ ਇੱਕ ਇਨਸਾਨ ਹੈ ਕਿਵੇਂ ਵੀ ਆਪਣੇ ਪ੍ਰੈਜ਼ੈਂਟ ਟਾਈਮ ਦੀਆਂ ਜੋ ਕੀ ਹੈ ਉਲਝਣਾਂ ਹਨ ਉਹਨਾਂ ਤੋਂ ਬਚਣਾ ਚਾਹੁੰਦਾ ਹੈ, ਤੇ ਸਟ੍ਰੈਸ ਤੋਂ, ਐਂਜ਼ਾਈਟੀ ਹੈ, ਜੋ ਵਰੀਜ਼ ਹਨ, ਇਹਨਾਂ ਚੀਜ਼ਾਂ ਤੋਂ ਸਟ੍ਰੈਸ ਤੋਂ ਬਚਣਾ ਚਾਹੁੰਦਾ ਹੈ। ਤੇ ਉਹ ਹਮੇਸ਼ਾ ਕੀ ਚਾਹੁੰਦਾ ਹੈ ਕਿ ਉਹ ਕਿਸੇ ਇਹੋ ਜਿਹੇ ਸੰਸਾਰ ਵਿੱਚ ਚਲਾ ਜਾਵੇ ਜਿੱਥੇ ਬਿਲਕੁਲ ਉਹ ਫ੍ਰੀ ਰਹਿ ਸਕੇ ਤੇ ਇੱਕ ਪੀਸਫੁਲ ਜੀਵਨ ਉਹ ਬਤੀਤ ਕਰ ਸਕੇ। ਇਹ ਵੇਖੋ, ਜੇਕਰ ਤੁਹਾਨੂੰ ਵੀ ਪੁੱਛਿਆ ਜਾਵੇ ਕਿ ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ ਕੁਝ ਸ਼ਾਂਤੀ ਦੇ ਲਈ ਤਾਂ ਤੁਸੀਂ ਕੀ ਕਹੋਗੇ? ਕੋਈ ਇਹੋ ਜਿਹੀ ਜਗ੍ਹਾ ਦੱਸੋਗੇ, ਕੋਈ ਪੁਰਾਣੀ ਜਗ੍ਹਾ। ਤੁਸੀਂ ਤਾਂ ਸ਼ਾਇਦ ਤੁਸੀਂ ਹਾਲੇ ਬੱਚੇ ਹੀ ਹੋ, ਪਰ ਜੇਕਰ ਤੁਹਾਡੇ ਮਾਤਾ ਪਿਤਾ ਨੂੰ ਇਸ ਤਰ੍ਹਾਂ ਦੀ ਕੋਈ ਗੱਲ ਪੁੱਛੀ ਜਾਵੇ ਉਹ ਕਿੱਥੇ ਜਾਣਾ ਚਾਹਣਗੇ ਤਾਂ ਉਹ ਕੀ ਹਮੇਸ਼ਾ ਹੀ ਇਹ ਗੱਲ ਕਹਿਣਗੇ ਕਿ ਅਸੀਂ ਆਪਣੇ ਪੁਰਾਣੇ ਸਮੇਂ ਵਿੱਚ ਜਾਣਾ ਚਾਹੁੰਦੇ ਹਾਂ ਜਿੱਥੇ ਕੀ ਹੈ ਬਹੁਤ ਜ਼ਿਆਦਾ ਸ਼ਾਂਤੀ ਸੀ। ਤੇ ਅੱਜ ਕੱਲ੍ਹ ਕੀ ਹੈ ਬਹੁਤ ਜ਼ਿਆਦਾ ਜਿਸ ਤਰ੍ਹਾਂ ਕਹਿੰਦੇ ਆ ਕਿ ਕੰਮਕਾਰ ਦੀਆਂ ਜਾਂ ਹੋਰ ਬਹੁਤ ਸਾਰੀਆਂ ਚਿੰਤਾਵਾਂ ਹਰ ਇੱਕ ਵਿਅਕਤੀ ਤੇ ਹੀ ਹੁੰਦੀਆਂ ਹਨ। ਤੇ ਇਸ ਤਰ੍ਹਾਂ ਜੋ ਥੀਮ ਹੈ ਇਸ ਚੈਪਟਰ ਦਾ ਉਹ ਕੀ ਹੈ, ਐਕਸਕੇਪਿਜ਼ਮ ਹੈ, ਵੀ ਇੱਕ ਬਚ ਨਿਕਲਣਾ, ਹਰ ਇੱਕ ਇਨਸਾਨ ਜਿਵੇਂ ਬਚਣਾ ਚਾਹੁੰਦਾ ਹੈ। ਆਈ ਹੋਪ ਯੂ ਹੈਵ ਅੰਡਰਸਟੂਡ ਦਿਸ ਚੈਪਟਰ। ਥੈਂਕਸ।